ਰਾਗ ਸੂਹੀ। ਰਾਗ ਦਾ ਨਾਮ ਹੈ ਸੂਹੀ ਰਾਗ। ਬਾਣੀ ਸ੍ਰੀ ਭਗਤ ਰਵਿਦਾਸ ਜੀਓ ਕੀ। ਇਸ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਸੁਭਾਈਮਾਨ ਭਗਤ ਰਵਿਦਾਸ ਮਹਾਰਾਜ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਦਰਜ ਕਰਵਾ ਰਹੇ ਹਨ। ਇੱਕ ਓੰਕਾਰ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ। ਸਤਿ ਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਸ ਪਾਵਨ ਸ਼ਬਦ ਵਿੱਚ ਭਗਤ ਰਵਿਦਾਸ ਜੀ ਪਤ ਵਰਤਾ ਧਰਮ ਵਾਲੀ ਇਸਤਰੀ ਦਾ ਦ੍ਰਿਸ਼ਟਾਂਤ ਦੇ ਕੇ ਪਰਮਾਰਥ ਦੇ ਵਿਚਾਰ ਨੂੰ ਦੱਸਦੇ ਹਨ। ਸਹਿ ਕੀ ਸਾਰ ਸੁਹਾਗਣ ਜਾਣੈ। ਹੇ ਭਾਈ, ਜਿਵੇਂ ਪਤੀ ਦੀ ਖਬਰ ਭਾਵ ਮਿਲਾਪ ਦੀ ਕਦਰ ਨੂੰ ਇੱਕ ਸੁਹਾਗਵੰਤੀ ਇਸਤਰੀ ਹੀ ਜਾਣ ਸਕਦੀ ਹੈ। ਤਜ ਅਭਿਮਾਨ ਸੁਖ ਰਲਿਆ ਮਾਨੈ। ਜੋ ਆਪਣੇ ਗੁਣਾ ਆਪਣੇ ਮਾਂ ਪਿਓ ਦੀ ਜਾਇਦਾਦ ਆਦਿਕ ਦਾ ਹੰਕਾਰ ਛੱਡ ਕੇ ਆਨੰਦ ਦੇ ਸਹਿਤ ਖੁਸ਼ੀਆਂ ਮਾਣਦੀ ਹੈ। ਮਨ ਤਨ ਤਨ ਮਨ ਦੇ ਨਾ ਅੰਤਰ ਰੱਖੈ। ਜੋ ਆਪਣਾ ਸਰੀਰ ਅਤੇ ਮਨ ਹਿਰਦਾ ਵੀ ਪਤੀ ਦੀ ਆਗਿਆ ਵਿੱਚ ਦਿੰਦੀ ਹੈ ਅਤੇ ਕੋਈ ਪਤੀ ਦੇ ਨਾਲ ਭੇਦ ਫਰਕ ਆਦਿਕ ਨਹੀਂ ਰੱਖਦੀ। ਸੋ ਜੋ ਵੀ ਆਪਣੇ ਮਨ ਦੀ ਅਵਸਥਾ ਹੈ ਗੱਲਬਾਤ ਉਹ ਪਤੀ ਦੇ ਨਾਲ ਸਾਂਝੀ ਕਰਦੀ ਹੈ। ਅਵਰਾ ਦੇਖ ਨਾ ਸੁਣੈ ਅਪਾਖੈ। ਉਹ ਨਾ ਹੀ ਕਿਸੇ ਹੋਰ ਪਤੀਆਂ ਦੇ ਵੱਲ ਵੇਖਦੀ ਹੈ ਤੇ ਨਾ ਹੀ ਹੋਰਨਾਂ ਦੇ ਪਤੀਆਂ ਦੀਆਂ ਗੱਲਾਂ ਨੂੰ ਉਹ ਸੁਣਦੀ ਹੈ ਅਤੇ ਹੋਰਨਾਂ ਮਰਦਾਂ ਦੀ ਵਡਿਆਈ ਦੀਆਂ ਗੱਲਾਂ ਬੋਲਣ ਤੋਂ ਰਹਿਤ ਹੁੰਦੀ ਹੈ ਜਾਂ ਨਿੰਦਿਤ ਬਚਨ ਨਹੀਂ ਬੋਲਦੀ। ਇਸੇ ਤਰ੍ਹਾਂ ਤਨ ਮਨ ਸਹਿ ਕੀ ਸਾਰ ਸੁਹਾਗਣ ਜਾਣੈ। ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਖਬਰ ਨੂੰ ਮਹਾਤਮਾ ਰੂਪ ਸੁਹਾਗਵੰਤੀ ਹੀ ਜਾਣ ਸਕਦੀ ਹੈ। ਤਜ ਅਭਿਮਾਨ ਸੁਖ ਰਲਿਆ ਮਾਨੈ। ਉਹ ਦੇਹ ਅਭਿਮਾਨ ਨੂੰ ਛੱਡ ਕੇ ਸੁਖ ਸਰੂਪ ਦੀਆਂ ਖੁਸ਼ੀਆਂ ਮਾਣਦੀ ਹੈ। ਸੋ ਕਤ ਜਾਣੈ ਪੀਰ ਪਰਾਈ। ਤਨ ਮਨ ਦੇ ਨਾ ਅੰਤਰ ਰੱਖੈ। ਉਹਨੇ ਆਪਣਾ ਤਨ ਸਰੀਰ ਦਾ ਅਭਿਮਾਨ ਵੀ ਛੱਡ ਦਿੱਤਾ ਹੈ, ਮਨ ਵੀ ਪਤੀ ਪਰਮੇਸ਼ਰ ਨੂੰ ਭੇਂਟ ਕਰ ਦਿੱਤਾ ਹੈ ਤੇ ਜੀਵ ਈਸ਼ ਦੇ ਭਰਮ ਦਾ ਫਰਕ ਵੀ ਨਹੀਂ ਰੱਖਦੇ, ਭਾਵ ਏਕਤਾ ਵਿੱਚ ਰਹਿੰਦੀ ਹੈ। ਅਵਰਾ ਦੇਖ ਨਾ ਸੁਣੈ ਅਪਾਖੈ। ਹੋਰ ਦੇਵੀ ਦੇਵਤਿਆਂ ਵੱਲ ਦੇਖਦੀ ਤੱਕ ਨਹੀਂ ਤੇ ਨਾ ਹੀ ਉਹਨਾਂ ਦੀ ਉਪਾਸਨਾ ਦੀ ਗੱਲ ਸੁਣਦੀ ਹੈ ਅਤੇ ਭੇਦਵਾਦੀਆਂ ਨਿੰਦਿਆ ਚੁਗਲੀ ਵਾਲੇ ਬਚਨ ਬੋਲਣ ਤੋਂ ਰਹਿਤ ਭਾਵ ਨਿੰਦਿਤ ਬਚਨ ਨਹੀਂ ਬੋਲਦੀ। ਸੋ ਕਤ ਜਾਣੈ ਪੀਰ ਪਰਾਈ। ਉਹ ਮਹਾਤਮਾ ਰੂਪ ਸੁਹਾਗਣ ਪਰਾਈ ਇਵਦੀ ਆਦਿਕ ਦੀ ਪੀੜਾ ਨੂੰ ਕਿੱਥੇ ਜਾਣਦੀ ਹੈ। ਜਾ ਕੈ ਅੰਤਰ ਦਰਦ ਨਾ ਪਾਈ। ਜਿਸ ਦੇ ਹਿਰਦੇ ਵਿੱਚ ਵਿਛੋੜੇ ਦੀ ਪੀੜਾ ਪਾਈ ਹੋਈ ਨਹੀਂ ਜਾਂਦੀ, ਕਿਉਂਕਿ ਉਹ ਹਰ ਵਕਤ ਪਤੀ ਪਰਮੇਸ਼ਰ ਨਾਲ ਮਹਾਤਮਾ ਰੂਪ ਸਖੀ ਮਿਲੀ ਹੀ ਰਹਿੰਦੀ ਹੈ। ਪਤਾ ਤਾਂ ਉਦੋਂ ਲੱਗਦਾ ਜਦੋਂ ਵਿਛੋੜਾ ਹੋ ਜਾਏ। ਗੁਰੂ ਘਰ ਦੇ ਵਿੱਚ ਤਾਂ ਆਨੰਦ ਮੰਗਲ ਬਣਿਆ ਹੋਇਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛ ਕੇ ਵੇਖੋ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤਰ ਕੀ ਨਿਆਈ। ਉਹ ਤਾਂ ਅੰਤਰਾਤਮੇ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਨਾਲ ਮਿਲੇ ਵੀ ਰਹਿੰਦੇ ਸੀ, ਪਰ ਇੱਕ ਸਿੱਖ ਦਾ ਗੁਰੂ ਨਾਲ ਕਿੰਨਾ ਪਿਆਰ ਹੋਣਾ ਚਾਹੀਦਾ ਇਹ ਸਤਿਗੁਰੂ ਜੀ ਨੇ ਬਾਹਰੀ ਸਰੀਰਕ ਵਿਛੋੜੇ ਦੀ ਅਵਸਥਾ ਨੂੰ ਬਿਆਨ ਕੀਤਾ ਬੜੇ ਪਿਆਰ ਦੀ ਬੋਲੀ ਵਿੱਚ।
ਜਿਵੇਂ ਪਤੀ ਪਤਨੀ ਵਿਛੜ ਕਰਕੇ ਇੱਕ ਦੂਜੇ ਤੋਂ ਦੁੱਖ ਮਨਾਉਂਦੇ ਨੇ ਵਿਛੋੜੇ ਦਾ, ਇੰਝ ਮਹਾਰਾਜ ਨੇ ਇਹ ਦ੍ਰਿਸ਼ਟਾਂਤ ਦੇ ਕੇ ਅਤੇ ਆਪ ਦਾ ਪਿਆਰ ਗੁਰੂ ਰਾਮਦਾਸ ਜੀ ਨਾਲ ਜਣਾਇਆ ਹੈ। ਪਰ ਜਿਹੜੇ ਹਮੇਸ਼ਾ ਹੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰੂ ਮਹਾਰਾਜ ਨਾਲ ਮਿਲੇ ਰਹਿੰਦੇ ਨੇ, ਕਦੀ ਵਿਛੋੜਾ ਉਹਨਾਂ ਗੁਰੂ ਘਰ ਨਾਲੋਂ ਪਾਇਆ ਹੀ ਨਹੀਂ, ਉਹਨਾਂ ਨੂੰ ਭਲਾ ਕੀ ਪਤਾ ਕਿ ਵਿਛੋੜੇ ਦਾ ਦੁੱਖ ਕਿੰਨਾ ਹੁੰਦਾ ਹੈ, ਕਿਉਂਕਿ ਮਹਾਰਾਜ ਨੇ ਕਦੀ ਉਹਨਾਂ ਨੂੰ ਵਿਛੋੜਾ ਦਿੱਤਾ ਹੀ ਨਹੀਂ। ਇਸੇ ਪ੍ਰਕਾਰ ਸੋ ਕਥਾ ਸੋ ਕਤ ਜਾਣੈ ਪੀਰ ਪਰਾਈ। ਉਹ ਪਰਾਈ ਪ੍ਰੇਮ ਦੀ ਪੀੜਾ ਨੂੰ ਕਿਵੇਂ ਜਾਣ ਸਕਦੀ ਹੈ? ਜਾ ਕੈ ਅੰਤਰ ਦਰਦ ਨਾ ਪਾਈ। ਜਿਸ ਦੇ ਅੰਦਰ ਕਦੇ ਪ੍ਰੇਮ ਦੀ ਪੀੜਾ ਹੀ ਨਹੀਂ ਪਾਈ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਦੁਖੀ ਦੁਹਾਗਨ ਦੋਏ ਪੱਖ ਹੀਨੀ। ਜਿਵੇਂ ਪ੍ਰਤੱਖ ਛੁੱਟੜ ਇਸਤਰੀ ਦੁਖੀ ਅਤੇ ਦੋਵੇਂ ਪੱਖ ਭਾਵ ਸਹੁਰਿਆਂ ਤੇ ਪੇਕਿਆਂ ਦੇ ਸੁੱਖਾਂ ਵੱਲੋਂ ਵੀ ਖਾਲੀ ਰਹਿੰਦੀ ਹੈ। ਜਿਨ ਨਾਹ ਨਿਰੰਤਰ ਭਗਤ ਨਾ ਕੀਨੀ। ਇਉਂ ਮਨਮੁਖ ਰੂਪ ਦੁਹਾਗਣ ਵਿਵਹਾਰਕ ਅਤੇ ਪਰਮਾਰਥ ਜਾਂ ਲੋਕ ਪਰਲੋਕ ਦੇ ਦੋਵੇਂ ਪੱਖਾਂ ਤੋਂ ਹੀਣ ਹੋਣ ਕਰਕੇ ਦੁਖੀ ਰਹਿੰਦੀ ਹੈ। ਭਾਵ ਇਸ ਲੋਕ ਦੇ ਵਿੱਚ ਭਗਤੀ ਆਦਿ ਗੁਣ ਨਾ ਹੋਣ ਕਰਕੇ ਸਤਿਕਾਰ ਨਹੀਂ ਹੈ ਅਤੇ ਪਰਲੋਕ ਦੇ ਵਿੱਚ ਵੀ ਕੋਈ ਆਦਰ ਮਾਣ ਨਹੀਂ ਹੁੰਦਾ। ਜਿਹਨੇ ਪਤੀ ਪਰਮੇਸ਼ਰ ਦੀ ਇੱਕ ਰਸ ਭਗਤੀ ਨਹੀਂ ਕੀਤੀ, ਉਹ ਬੜੀ ਦੁਹਾਗਣ ਵਿਛੋੜੇ ਕਰਕੇ ਦੁਖੀ ਰਹਿੰਦੀ ਹੈ। ਪੁਰ ਸਲਾਤ ਕਾ ਪੰਥ ਦੁਹਿਲਾ। ਪਰ ਅੱਗੇ ਜੋ ਬੈਤਰਨੀ ਨਦੀ ਨਰਕਾਂ ਦੀ ਅੱਗ ਉੱਪਰ ਪੁਰਸਲਾਤ ਸਲਾਤਲ ਮੁਸਤਕੀਮ, ਸਲਾਤ ਸੱਲ ਭਾਵ ਅਤਿਅੰਤ ਦੁੱਖਾਂ ਵਾਲਾ ਪੁਲ ਹੈ। ਪੁਰਸਲਾਤ ਇਹਦਾ ਮਤਲਬ ਹੈ ਸਲਾਤਲ ਮੁਸਤਕੀਮ। ਸਿਰਾਤ ਮੁਸਲਮਾਨੀ ਮਤ ਅਨੁਸਾਰ ਦੋਜਕ ਨਰਕ ਦੀ ਅੱਗ ਉੱਪਰ ਇੱਕ ਪੁਲ ਹੈ ਜੋ ਵਾਲ ਨਾਲੋਂ 100ਵੇਂ ਹਿੱਸੇ ਨਾਲੋਂ ਵੀ ਬਰੀਕ ਹੈ। ਵਾਲ ਦੇ 100ਵੇਂ ਹਿੱਸੇ ਨਾਲੋਂ ਵੀ ਬਰੀਕ ਹੈ ਅਤੇ ਤਲਵਾਰ ਦੀ ਧਾਰ ਨਾਲੋਂ ਵੀ ਤਿੱਖਾ ਹੈ, ਕਿਉਂਕਿ ਵਾਲ ਦੇ ਉੱਪਰ ਅਤੇ ਧਾਰ ਦੇ ਉੱਪਰ ਮੱਖੀ ਮੱਛਰ ਬੈਠ ਸਕਦਾ, ਟਿਕ ਸਕਦਾ, ਪਰ ਉਹਦੇ ਉੱਪਰ ਮੱਖੀ ਮੱਛਰ ਦੇ ਬਹਿਣ ਜਿੰਨੀ ਵੀ ਜਗ੍ਹਾ ਨਹੀਂ, ਉਹਦੇ 'ਤੇ ਜੀਵ ਆਤਮਾ ਨੂੰ ਲੰਘਾਇਆ ਜਾਂਦਾ। ਇਹਦੇ ਦੋਹੀਂ ਪਾਸਿਆਂ ਤਿੱਖੇ ਕੰਢੇ ਨੇ ਜੋ ਇੱਧਰ ਉੱਧਰ ਬੰਦੇ ਨੂੰ ਹਿੱਲਣ ਵੀ ਨਹੀਂ ਦਿੰਦੇ। ਧਰਮੀ ਪੁਰਸ਼ ਤਾਂ ਇਸ ਉੱਪਰੋਂ ਛੇਤੀ ਲੰਘ ਜਾਂਦੇ ਨੇ ਅਤੇ ਪਾਪੀ ਨਰਕ ਦੀ ਅੱਗ ਵਿੱਚ ਡਿੱਗ ਪੈਂਦੇ ਨੇ। ਮੁਸਲਮਾਨਾਂ ਨੇ ਇਸ ਪੁਲ ਦਾ ਖਿਆਲ ਪਾਰਸੀਆਂ ਤੋਂ ਲਿਆ ਹੈ, ਜਿਨ੍ਹਾਂ ਨੇ ਚਿਨਮਤ ਪੇ ਰੇਤੂ ਨਾਮਕ ਪੁਲ ਪਰਲੋਕ ਵਿੱਚ ਮੰਨਿਆ। ਯਹੂਦੀ ਵੀ ਨਰਕ ਦਾ ਪੁਲ ਮੰਨਦੇ ਨੇ। ਇਉਂ ਅਤਿਅੰਤ ਦੁੱਖਾਂ ਵਾਲਾ ਇਹ ਜਿਹੜਾ ਰਸਤਾ ਹੈ ਮਨਮੁਖਾਂ ਲਈ ਪਾਰ ਕਰਨਾ ਬੜਾ ਔਖਾ ਹੈ, ਦੁਹੇਲਾ ਕਠਿਨਤਾਈ ਵਾਲਾ ਹੈ। ਸੰਗ ਨਾ ਸਾਥੀ ਗਵਨ ਅਕੇਲਾ। ਜਿਸ ਰਸਤੇ ਉੱਪਰ ਨਾਲ ਕੋਈ ਵੀ ਦੁਨੀਆ ਦਾ ਸਾਥੀ ਸੱਜਣ ਮਿੱਤਰ ਨਹੀਂ ਹੁੰਦਾ ਜਾਂ ਪੁੰਨ ਰੂਪੀ ਕੋਈ ਸੰਗੀ ਨਹੀਂ ਹੁੰਦਾ ਅਤੇ ਜਪ ਤਪ ਰੂਪ ਕੋਈ ਸਾਥੀ ਨਹੀਂ ਹੁੰਦਾ, ਉੱਥੇ ਕੇਵਲ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ। ਦੁਖੀਆ ਦਰਦ ਵੰਦ ਦਰ ਆਇਆ। ਇਹ ਪਰਮੇਸ਼ਰ ਤੂੰ ਪੀੜਾ ਮਿਟਣ ਵਾਲਾ ਹੈ, ਪੀੜਾ ਨੂੰ ਬੰਦ ਕਰ ਦੇਣ ਵਾਲਾ ਹੈ। ਮੈਂ ਦੁਖੀ ਹੋ ਕੇ ਤੇਰੇ ਦੁਆਰੇ ਆਇਆ ਹਾਂ। ਇਸੇ ਪ੍ਰਕਾਰ ਦੁਖੀਆ ਦਰਦ ਵੰਦ ਦਰ ਆਇਆ। ਇਹ ਦਰਦਾਂ ਨੂੰ ਸਮਝਣ ਵਾਲੀ ਰੱਖਿਅਕ ਦਿਆਲੂ ਪਰਮੇਸ਼ਰ, ਮੈਂ ਵਿਕਾਰਾਂ ਵੱਲੋਂ ਦੁਖੀ ਹੋ ਕੇ ਤੇਰੇ ਸਾਧ ਸੰਗਤ ਰੂਪ ਦਰ ਦੇ ਵਿੱਚ ਆਇਆ ਹਾਂ। ਬਹੁਤ ਪਿਆਸ ਜਵਾਬ ਨਾ ਪਾਇਆ। ਮੇਰੇ ਹਿਰਦੇ ਅੰਦਰ ਤੇਰੇ ਦਰਸ਼ਨਾਂ ਦੀ ਬਹੁਤ ਪਿਆਸ ਲੱਗੀ ਹੋਈ ਹੈ। ਮੈਂ ਸੁਣਿਆ ਕਿ ਕਿਸੇ ਭਗਤ ਨੇ ਤੇਰੇ ਦਰ ਤੋਂ ਜਵਾਬ ਨਹੀਂ ਪਾਇਆ, ਭਾਵ ਜੋ ਵੀ ਤੇਰੀ ਸ਼ਰਨ ਵਿੱਚ ਤੇਰੇ ਦਰਸ਼ਨਾਂ ਦੀ ਚਾਹਨਾ ਰੱਖ ਕੇ ਆਇਆ, ਤੂੰ ਉਹਨੂੰ ਇਨਕਾਰ ਨਹੀਂ ਕੀਤਾ। ਅਰਥਾਤ ਪ੍ਰਤੱਖ ਹੋ ਕੇ
ਤੂੰ ਉਹਨੂੰ ਦਰਸ਼ਨ ਬਖਸ਼ਿਸ਼ ਕੀਤੇ ਹਨ ਅਤੇ ਮੈਨੂੰ ਵੀ ਕਿਰਪਾ ਕਰਕੇ ਜਵਾਬ ਨਾ ਦੇਈ। ਮਹਾਰਾਜ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੀ। ਕਹਿ ਰਵਿਦਾਸ ਸਰਣ ਪ੍ਰਭ ਤੇਰੀ। ਇਹਦਾ ਪਾਠ ਰਵਿਦਾਸ ਨਹੀਂ ਹੈ, ਮੇਰੇ ਖਿਆਲ ਮੁਤਾਬਕ ਉਹ ਬਿਹਾਰੀ ਤਾਂ ਹਿੰਦੀ ਦੇ ਵਿੱਚ ਬੋਲੀ ਦੀ ਹੈ। ਹਿੰਦੀ ਦੇ ਵਿੱਚ ਸਿਆਰੀ ਲੱਗੀ ਹੋਵੇ ਉਹਨੂੰ ਬਿਹਾਰੀ ਬੋਲੀ ਦਾ ਹੈ, ਪਰ ਇਹ ਪੰਜਾਬੀ ਗੁਰਮੁਖੀ ਹੈ। ਜਿਹੜੀ ਸਿਆਰੀ ਹੈ ਇਹ ਸਲਿਮ ਮਾਤਰਾ ਦੇ ਵਿੱਚ, ਅੱਧੀ ਮਾਤਰਾ ਦੇ ਵਿੱਚ ਆਉਂਦੀ ਹੈ, ਅਤੇ ਇਸ ਲਈ ਜਿਹੜੀ ਬਿਹਾਰੀ ਹੈ ਇਹ ਦੀਰਘ ਮਾਤਰਾ ਹੈ, ਪਰ ਸਿਆਰੀ ਹੋਣ ਕਰਕੇ ਲਘੂ ਮਾਤਰਾ ਇਹਦੀ ਬੋਲਣੀ ਬਣਦੀ ਹੈ। ਇਸ ਲਈ ਰਵਿਦਾਸ ਅੱਖਰ ਅਸ਼ੁੱਧ ਹੈ। ਸੰਪਰਦਾਈ ਜਾਣਕਾਰੀ ਮੁਤਾਬਕ ਇਹ ਪਾਠ ਰਵਿਦਾਸ ਹੈ। ਕਹਿ ਰਵਿਦਾਸ ਸਰਨ ਪ੍ਰਭ ਤੇਰੀ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਕਿ ਇਹ ਪਰਮੇਸ਼ਰ ਮੈਂ ਤੇਰੀ ਸ਼ਰਨ, ਤੇਰੀ ਓਟ, ਤੇਰੀ ਪਨਾਹ ਦੇ ਵਿੱਚ ਆਇਆ ਹਾਂ। ਜਿਉ ਜਾਣਹੁ ਤਿਉ ਕਰ ਗਤ ਮੇਰੀ। ਹੁਣ ਜਿਵੇਂ ਤੁਸੀਂ ਜਾਣਦੇ ਹੋ ਤਿਵੇਂ ਹੀ ਮੇਰੀ ਕਲਿਆਣ ਕਰੋ ਜੀ। ਲੋਕਾਂ ਦੇ ਭਾਣੇ ਤਾਂ ਆਪਾਂ ਬਾਬਾ ਜੀ ਹਾਂ, ਪਰ ਮਹਾਰਾਜ ਤੈਨੂੰ ਤਾਂ ਪਤਾ ਹੈ ਕਿ ਆਪਾਂ ਕਿੱਡੇ ਗੁਨਾਹਗਾਰ ਹਾਂ, ਕਿੰਨੇ ਕੁ ਪਾਣੀ 'ਚ। ਤੋ ਜਿਵੇਂ ਵੀ ਸਾਨੂੰ ਚੰਗੇ ਜਾਣਦਾ ਮਾੜੇ ਜਾਣਦਾ ਹੈ ਤਿਵੇਂ ਸਾਡੀ ਗਤੀ ਮੁਕਤੀ ਕਰ ਜੀ, ਅਤੇ ਸਾਡੇ 'ਤੇ ਕਿਰਪਾ ਕਰ। ਕਿਉਂਕਿ ਹੁਣ ਨਾਮ ਤਾਂ ਤੇਰਾ ਹੀ ਪੈ ਗਿਆ ਕਿ ਗੁਰੂ ਦਾ ਖਾਲਸਾ ਹੈ, ਅੰਮ੍ਰਿਤਧਾਰੀ ਸਿੱਖ ਹੈ, ਇਹ ਬਾਬਾ ਜੀ ਹੈ, ਗੁਰਦੁਆਰੇ ਦਾ ਬੰਦਾ ਹੈ। ਨਾਮ ਪਰਿਓ ਭਗਤ ਗੋਬਿੰਦ ਕਾ। ਮੇਰਾ ਨਾਮ ਪੈ ਗਿਆ ਕਿ ਗੋਬਿੰਦ ਦਾ ਭਗਤ ਹੈ, ਅਤੇ ਹੁਣ ਤੂੰ ਕਿਰਪਾ ਕਰ, ਇਹ ਰੱਖੋ ਪੈਜ ਤੁਮਾਰੀ। ਇਹ ਤੈਨੂੰ ਆਪਦੇ ਨਾਮ ਦੀ ਪੈਜ ਰੱਖਣੀ ਪਊਗੀ। ਮੈਂ ਭਾਵੇਂ ਉਹਨੇ ਗੁਣਾਂ ਵਾਲਾ ਨਹੀਂ ਮਾੜਾ ਹਾਂ, ਅਤੇ ਪਰ ਹੁਣ ਜੇ ਨਾ ਹੀ ਪੈ ਗਿਆ ਤਾਂ ਹੁਣ ਤੂੰ ਕਿਰਪਾ ਕਰਕੇ ਮੈਨੂੰ ਗੁਣ ਵੀ ਦੇ। ਨਾਮ ਜੈਸੇ ਗੁਣ ਮੈਨੂੰ ਬਖਸ਼ ਦੇ। ਮੇਰੀ ਇੱਜ਼ਤ ਪੱਤ ਆਪਦੇ ਨਾਮ ਪਏ ਦੀ ਲਜਿਆ ਰੱਖਣਾ ਕਰੋ ਜੀ। ਸੂਹੀ ਭਗਤ ਰਵਿਦਾਸ ਸਾਹਿਬ ਜੀ ਦਾ ਇਹ ਪਹਿਲਾ ਸ਼ਬਦ ਇੱਥੇ ਸਮਾਪਤ ਹੋਇਆ। ਹੁਣ ਨਵਾਂ ਸ਼ਬਦ ਨਵੇਂ ਪ੍ਰਕਰਨ ਦੇ ਵਿੱਚ ਹੈ। ਪਹਿਲਾ ਪ੍ਰਕਰਨ ਉਹ ਸਮਾਪਤ ਹੋਇਆ। ਹਰੇਕ ਸ਼ਬਦ ਦੇ ਵਿੱਚ ਵੱਖੋ ਵੱਖ ਨਵਾਂ ਪ੍ਰਕਰਨ ਹੈ। ਇਹ ਪਾਵਨ ਸ਼ਬਦ ਵਿੱਚ ਵੈਰਾਗਮਈ ਪ੍ਰਕਰਨ ਦੁਆਰਾ ਉਪਦੇਸ਼ ਕਥਨ ਕਰਦੇ ਹਨ। ਪਹਿਲੇ ਸ਼ਬਦ ਵਿੱਚ ਵੀ ਜਿਹੜਾ ਪੁਰਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਮਨ ਅਕੇਲਾ, ਇਹ ਪੰਕਤੀ ਵੈਰਾਗਮਈ ਹੈ। ਇਹਦੇ ਮੁਤਾਬਕ ਦੱਸਦੇ ਨੇ ਜੋ ਦਿਨ ਆਵੈ ਹੈ। ਜੋ ਵੀ ਜ਼ਿੰਦਗੀ ਉਮਰ ਦਾ ਦਿਨ ਆਉਂਦਾ ਹੈ, ਮੰਨ ਲਓ ਕਿ ਅੱਜ ਦਾ ਦਿਨ ਚੜ੍ਹਿਆ ਹੈ, ਚੜ੍ਹੇ ਦਾ ਹੀ ਪਤਾ ਹੈ। ਸਾਰੀ ਦਿਹਾੜੀ ਪਤਾ ਨਹੀਂ ਲੱਗਦਾ ਕਿ ਕਿੱਥੇ ਲੰਘ ਜਾਂਦੇ, ਉਦੋਂ ਹੀ ਪਤਾ ਲੱਗਦਾ ਜਦੋਂ ਰਹਿ ਰਸ ਦਾ ਟਾਈਮ ਹੋ ਗਿਆ। ਲੋਕਾਂ ਦਾ ਸਮਾਂ ਨਹੀਂ ਗੁਜ਼ਰਦਾ, ਉਹ ਤਾਸ਼ ਖੇਡ ਕੇ ਇੱਧਰ ਉੱਧਰ ਗੱਲਾਂ ਬਾਤਾਂ ਕਰਕੇ ਆਪਦਾ ਟਾਈਮ ਪਾਸ ਕਰਦੇ ਨੇ, ਗੁਜ਼ਾਰਦੇ ਨੇ, ਪਰ ਇੱਥੇ ਪਤਾ ਹੀ ਨਹੀਂ ਚੱਲਦਾ ਵੀ ਕਦੋਂ ਦਿਨ ਚੜ੍ਹਿਆ ਅਤੇ ਕਦੋਂ ਖ਼ਤਮ ਹੋ ਗਿਆ। ਇਸ ਲਈ ਇਹ ਜਿਹੜੀ ਉਮਰ ਹੈ ਹੌਲੀ ਹੌਲੀ ਗੁਜ਼ਰਦੀ ਗੁਜ਼ਰ ਜਾਂਦੀ ਹੈ। ਕਿਉਂਕਿ ਮੇਲਾ ਬੜਾ ਸੋਹਣਾ ਲੱਗਾ ਹੋਇਆ। ਜਿਹੜੀ ਦੁਨੀਆ ਹੈ, ਪਰਿਵਾਰ ਦੇ ਮੈਂਬਰ ਨੇ ਉਹ ਮਨ ਉਚਾਟ ਹੋਣ ਹੀ ਨਹੀਂ ਦਿੰਦੇ। ਰੱਬ ਨੇ ਇੰਨਾ ਜੀ ਲਾਇਆ ਹੋਇਆ, ਧਰਮੀਆਂ ਦਾ ਧਰਮ 'ਚ ਲੱਗਾ ਹੋਇਆ ਹੈ, ਪਰ ਜਿਹੜੇ ਮਨਮੁਖ ਨੇ ਉਹ ਵਿਕਾਰਾਂ ਦੇ ਵਿੱਚ ਹੀ ਮਸਤ ਨੇ, ਨਸ਼ਿਆਂ ਵੇਸ਼ਿਆਂ ਦੇ ਵਿੱਚ। ਇਸ ਲਈ ਜ਼ਿੰਦਗੀ ਐਵੇਂ ਹੀ ਲੰਘਦੀ ਗੁਜ਼ਰਦੀ ਜਾ ਰਹੀ ਹੈ। ਜਿਹੜਾ ਉਮਰ ਦਾ ਦਿਨ ਆਉਂਦਾ ਹੈ ਉਹ ਦਿਨ ਚਲਿਆ ਵੀ ਜਾਂਦਾ। ਭਾਵ ਦਿਨ ਤੇ ਪਹਿਰ ਤੇ ਘਰੀਆਂ ਆਪ ਘਟੈ ਤਨ ਸੀਜੈ। ਕਾਲ ਇਹੇਰੀ ਫਿਰੈ ਬਦਕ ਜਿਉ ਕਹੋ ਕਮਨ ਵਿਦ ਕੀਜੈ। ਪਹਿਰਾਂ ਤੋਂ ਦਿਨ ਤੇ ਦਿਨਾਂ ਤੋਂ ਤਰੀਕਾਂ, ਫਿਰ ਮਹੀਨੇ ਤੇ ਫਿਰ ਸਾਲ, ਜਾਂ ਜਿਹੜਾ ਆਪਾਂ ਅੱਖ ਝਮਕਦੇ ਹਾਂ, ਇੱਕ ਵਾਰ ਅੱਖ ਝਮਕਣ ਨੂੰ ਇੱਕ ਖਿਣ ਕਹਿੰਦੇ ਹਨ, ਇੱਕ ਨਿਮਖ ਕਹਿੰਦੇ ਨੇ।
ਜਾਂ ਘਾਟ ਸ਼ਬਦ ਕਹਿਣ ਤੋਂ ਕਹਿੰਦੇ 2 ਖਿਨ ਗੁਜ਼ਰ ਜਾਂਦੇ ਨੇ। ਇੰਨਾ ਥੋੜ੍ਹਾ ਸਮਾਂ ਉਹ ਖਿਨ ਪਲ ਵਿਸਰੋਂ ਤੇ ਜਾਣੋ ਬਰਸ 85 ਇਹ ਬਾਣੀ 'ਚ ਆਉਂਦਾ ਹੈ। ਇੱਕ ਖਿਨ ਪਲ ਵਿਸਰੋ ਜੀ ਸੁਆਮੀ ਜਾਣੋ ਬਰਸ 85। ਪਲ ਦਾ ਇੱਕ ਖਿਨ ਮਾਤਰ ਵੀ ਮਹਾਰਾਜ ਜੀ ਮੈਂ ਤੇਰੇ ਨਾਮ ਨੂੰ ਭੁੱਲਦਾ ਹਾਂ ਅਤੇ ਮੈਨੂੰ ਇਉਂ ਫੀਲ ਹੁੰਦਾ ਕਿ ਮੈਂ 50 ਸਾਲ ਤੇਰੇ ਤੋਂ ਵਿਛੜਿਆ ਰਿਹਾ। 50 ਸਾਲ ਇੰਨਾ ਪਿਆਰ ਗੁਰਸਿੱਖਾਂ ਦਾ ਹੋਣਾ ਚਾਹੀਦਾ। ਮਤਲਬ ਥੋੜ੍ਹਾ ਸਮਾਂ ਵੀ ਵਿਅਰਥ ਨਾ ਜਾਣ ਦਿਓ। ਸਤਿ ਸ੍ਰੀ ਅਕਾਲ। ਜਿਹੜੇ ਆਮ ਲੋਕ ਨੇ ਉਹ ਤਾਂ ਸ਼ਰਾਬਾਂ ਪੀ ਕੇ, ਕਬਾਬਾਂ ਖਾ ਕੇ, ਝਗੜੇ ਕਰਕੇ, ਵੇਸ਼ਿਆ ਵਿਕਾਰ ਭੋਗ ਕੇ ਸਮੇਂ ਨੂੰ ਬਰਬਾਦ ਕਰ ਦਿੰਦੇ ਨੇ। ਜਿਹੜੇ ਮੇਰੇ ਵਰਗੇ ਨਾਰਮਲ ਜਿਹੇ ਨੇ, ਨਾ ਚੰਗੇ ਨਾ ਮਾੜੇ, ਉਹ ਆਪ ਦਾ ਸਮਾਂ ਪਾਸ ਕਰਦੇ ਨੇ ਅਤੇ ਕਦੀ ਕਿਤੇ ਖਲੋ, ਕਦੀ ਕਿਤੇ ਖਲੋ। ਜਿਹੜਾ ਗੁਰੂ ਦਾ ਸਿੱਖ ਹੈ ਨਾ ਤਾਂ ਉਹਨੇ ਟਾਈਮ ਬਰਬਾਦ ਕਰਨਾ ਅਤੇ ਨਾ ਹੀ ਉਹਨੇ ਪਾਸ ਕਰਨਾ, ਕਿਉਂਕਿ ਬਰਬਾਦ ਤੋਂ ਤਾਂ ਮਹਾਰਾਜ ਨੇ ਰੋਕਿਆ ਹੈ ਕਿ ਸਮਾਂ ਸਫਲ ਕਰਨਾ ਹੈ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਪਣੀਐ। ਆਇਆ ਹੋਇਆ ਉਹਦਾ ਸਮਾਂ ਸਫਲ ਹੈ ਜੋ ਰਸਨਾ ਨਾਲ ਮਹਾਰਾਜ ਦਾ ਨਾਮ ਜਪਦਾ। ਪਾਸ ਵੀ ਨਹੀਂ ਕਰਨਾ, ਸਫਲ ਕਰਨਾ ਹੈ। ਇਉਂ ਜਿਹੜੇ ਗੁਰੂ ਦੇ ਸਿੱਖ ਨੇ ਪਲ ਦਾ ਖਿਨ ਮਾਤਰ ਵੀ ਮਹਾਰਾਜ ਦੇ ਨਾਮ ਤੋਂ ਵਿਛੜਦੇ ਨਹੀਂ, ਭੁੱਲਦੇ ਨਹੀਂ। 50 ਸਾਲ ਸਮਝਦੇ ਹਨ। ਇੱਕ ਘੜੀ ਨਾ ਮਿਲ ਤੇ 24 ਮਿੰਟਾਂ ਦੀ ਘੜੀ ਹੁੰਦੀ ਹੈ ਤਾਂ ਕਲਯੁਗ ਹੋਤਾ। ਇੱਕ ਘੜੀ ਵੀ ਮਹਾਰਾਜ ਮੈਂ ਜੇ ਤੈਨੂੰ ਮਿਲਦਾ ਨਹੀਂ ਤਾਂ ਸਮਝਦਾ ਕਿ ਕਲਯੁਗ ਆ ਗਿਆ। ਹੁਣ ਕਦ ਮਿਲੀ ਹੈ ਪ੍ਰੇਤੁਤ ਭਗਵੰਤਾ। ਇਹ ਪਿਆਰੇ ਭਗਵੰਤ ਮੈਂ ਤੈਨੂੰ ਕਦ ਮਿਲਾਂਗਾ। ਮੋਹੇ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਨਾ ਤਾਂ ਮੈਨੂੰ ਨੀਂਦ ਆਉਂਦੀ ਹੈ ਅਤੇ ਨਾ ਮੇਰੀ ਰਾਤ ਲੰਘਦੀ ਹੈ। ਫਰੀਦਾ ਰਾਤੀ ਵੱਡੀਆਂ, ਸਿਆਲੇ ਦੀ ਤਾਂ ਰਾਤਾਂ ਵੀ ਵੱਡੀਆਂ ਨੇ। 5:30 ਹੁਣ ਹਨੇਰਾ ਹੋ ਜਾਂਦਾ। ਸੋਦਰ ਸ੍ਰੀ ਰਹਿ ਰਸ ਦਾ ਸਮਾਂ 5:30 ਦਾ ਹੈ ਅਤੇ 22 ਦਸੰਬਰ ਤੱਕ ਇਹ ਦਿਨ ਨੇ ਘਟਦਾ ਘਟਦਾ ਘਟੀ ਜਾਣਾ ਹੈ। ਮੁੜ ਕੇ 5:15 ਤੱਕ ਤਾਂ 5 ਵਜੇ ਹਨੇਰਾ ਪੈ ਜਾਂਦਾ, ਕਿੱਥੇ 10 ਵਜੇ ਅਤੇ ਕਿੱਥੇ 5 ਵਜੇ। ਇਹ ਮਹਾਰਾਜ ਜਿਉਂ 5 ਵਜੇ ਤੋਂ ਲੈ ਕੇ ਜਾਂ ਸਵੇਰੇ 6 ਵਜੇ ਤਾਂ ਵੀ ਹਨੇਰਾ ਹੀ ਹੁੰਦਾ। 6:30 ਮਸਾਂ ਹੀ ਦਿਨ ਦਾ ਚੜ੍ਹਾਅ ਹੁੰਦਾ ਹੈ। ਅਤੇ ਕਿੰਨਾ ਟਾਈਮ ਹੋ ਗਿਆ ਦੱਸੋ? 12-13 ਘੰਟੇ ਹੋ ਗਏ। ਇੰਨਾ ਟਾਈਮ ਗੁਜ਼ਾਰਨਾ ਕਿੰਨਾ ਔਖਾ ਹੈ। ਸੁੱਤੇ ਪਿਆਂ ਹੀ ਗੁਜ਼ਾਰ ਦੇਣਾ। ਫਰੀਦ ਸਾਹਿਬ ਕਹਿੰਦੇ ਨੇ ਜਿਹੜਾ ਬੁੱਢਾ ਬੰਦਾ ਹੈ ਨਾ ਤਾਂ ਉਹ ਬਹੁਤਾ ਲੰਮੇ ਪੈ ਸਕਦਾ। ਜਦੋਂ ਲੰਮੇ ਪੈਂਦਾ ਤਾਂ ਹੱਡਾਂ 'ਚੋਂ ਸੇਕ ਨਿਕਲਦਾ। ਨਾ ਉਹ ਚੌਂਕੜਾ ਮਾਰ ਕੇ ਬੈਠ ਸਕਦਾ, ਗੋਡੇ ਦੁਖਣ ਲੱਗ ਪੈਂਦੇ ਨੇ। ਨਾ ਖੜ੍ਹਾ ਹੋ ਸਕਦਾ, ਥੱਕ ਜਾਂਦਾ। ਇਉਂ ਇਹ ਅਵਸਥਾ, ਬਜ਼ੁਰਗ ਅਵਸਥਾ ਬਹੁਤ ਜ਼ਿਆਦਾ ਦੁੱਖਾਂ ਵਾਲੀ ਹੈ। ਬੁੱਢੇ ਬੰਦੇ ਨੂੰ ਨੀਂਦ ਵੀ ਨਹੀਂ ਆਉਂਦੀ। ਅਤੇ ਇਉਂ ਬਾਬਾ ਫਰੀਦ ਸਾਹਿਬ ਜੀ ਭਾਵੇਂ ਮਹਾਂਪੁਰਖ ਹਨ, ਨਾਮ ਅਭਿਆਸ ਕਰਨ ਵਾਲੇ ਨੇ। ਪਿੰਨੀ ਰੈਨੜੀ ਹੈ ਚਾ ਮੱਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਹਮੇਸ਼ਾ ਜਾ ਕੇ ਭਜਨ ਕਰਨ ਵਾਲੇ ਨੇ। ਪਰ ਇੱਕ ਅਵਸਥਾ ਬਿਆਨ ਕਰਦੇ ਨੇ, ਬਜ਼ੁਰਗ ਅਵਸਥਾ ਮਨਮੁਖ ਦੀ। ਕਹਿੰਦੇ ਫਰੀਦਾ ਰਾਤੀ ਵੱਡੀਆਂ, ਧੁੱਖ ਧੁੱਖ ਉੱਠਣ ਪਾਸ। ਪਾਸੇ ਪਲਟਦੇ ਲੰਘ ਜਾਂਦੀ ਰਾਤ। ਇੱਕ ਪਾਸੇ ਪਏ ਰਹੋ ਅਤੇ ਸੇਕ ਨਿਕਲਣ ਲੱਗ ਪੈਂਦਾ, ਪਾਸੇ ਧੁਖਣ ਲੱਗ ਪੈਂਦੇ ਨੇ ਜਿਸ ਤਰ੍ਹਾਂ ਅੱਗ ਲਾਈ ਹੋਵੇ। ਫਰੀਦਾ ਰਾਤੀ ਵੱਡੀਆਂ, ਵਿਛੋੜੇ ਵਾਲੇ ਦੀਆਂ ਰਾਤਾਂ ਬੜੀਆਂ ਵੱਡੀਆਂ ਬਣ ਜਾਂਦੀਆਂ ਜਿਨ੍ਹਾਂ ਨੂੰ ਰੱਬ ਤੋਂ ਵਿਛੋੜਾ ਪਿਆ ਹੋਇਆ। ਜੋ ਪਤਨੀਆਂ ਆਪਣੇ ਪਤੀ ਤੋਂ ਵਿਛੜੀਆਂ ਹੋਈਆਂ ਨੇ, ਰਾਤ ਨਾ ਮੇ ਹਾਵੀ ਸਾਕਤਾਂ, ਉਹਨਾਂ ਸਾਕਤ ਰੂਪ ਇਸਤਰੀਆਂ ਦੀ ਰਾਤ ਨਹੀਂ ਲੰਘਦੇ। ਫਰੀਦਾ ਰਾਤੀ ਵੱਡੀਆਂ, ਧੁੱਖ ਧੁੱਖ ਉੱਠਣ ਬਾਸ।
ਤਿਗਤ ਨਾ ਦਾ ਜੀਵਿਆ ਜਿਨ੍ਹਾਂ ਬੜਾਣੀ ਆਸ। ਉਹਨਾਂ ਦੀ ਜ਼ਿੰਦਗੀ ਨੂੰ ਤ੍ਰਿਗਾਕਾਰ ਲਾਹਨਤ ਹੈ ਜਿਨ੍ਹਾਂ ਨੂੰ ਇੱਕ ਰੱਬ ਤੋਂ ਬਗੈਰ ਕਿਸੇ ਹੋਰ ਦੂਜੇ ਦੀ ਆਸਾ ਹੈ। ਇਸ ਲਈ 15 ਵਾਰ ਜਦ ਅੱਖ ਝਮਕੀਏ ਤੇ ਸਾਧ ਸੰਗਤ ਜੀਓ 15 ਨਿਮਖਾਂ ਦਾ ਇੱਕ ਵਿਸਵਾ ਬਣਦਾ ਹੈ। ਵਿਸਵੇ ਚਸਿਆ ਘੜੀਆ ਪਹਿਰਾ, ਸਮੇਂ ਦੀ ਵੰਡ ਹੈ। ਤੇ ਜੇ 15 ਵਿਸਵੇ ਹੋਣ ਉਹਦਾ ਇੱਕ ਚਸਾ ਮੰਨਦਾ ਹੈ। 30 ਚਸਿਆਂ ਦਾ ਇੱਕ ਪਲ ਹੁੰਦਾ, 60 ਪਲਾਂ ਦੀ ਇੱਕ ਘੜੀ ਹੁੰਦੀ, ਜਾਂ 24 ਮਿੰਟਾਂ ਦੀ ਜਾਂ 60 ਪਲਾਂ ਦੀ। ਜਿਵੇਂ 60 ਮਿੰਟਾਂ ਦਾ ਇੱਕ ਆਵਰ ਹੁੰਦਾ ਅਤੇ ਇਉਂ 24 ਮਿੰਟਾਂ ਦੀ ਘੜੀ ਹੈ। 7.5 ਘੜੀਆਂ ਦਾ ਇੱਕ ਪਹਿਰ ਹੁੰਦਾ, ਜਾਂ 3 ਘੰਟਿਆਂ ਦਾ ਇੱਕ ਪਹਿਰ। ਅਤੇ 4 ਪਹਿਰ ਦਾ ਦਿਨ ਮੰਨਿਆ ਜਾਂ 12 ਘੰਟੇ ਦਾ ਦਿਨ, ਅਤੇ 4 ਪਹਿਰ ਦੀ ਰਾਤ ਮੰਨੀ ਹੈ। ਆਮ ਤੌਰ 'ਤੇ 6 ਤੋਂ 6, ਸਵੇਰ ਦੇ 6 ਤੋਂ ਸ਼ਾਮ ਦੇ 6 ਤੱਕ ਦਿਨ ਦਾ ਪਹਿਰ ਹੈ, ਅਤੇ ਸ਼ਾਮ ਦੇ 6 ਤੋਂ ਸਵੇਰ ਦੇ 6 ਤੱਕ ਰਾਤ ਦਾ ਪਹਿਰ ਹੈ। ਦੇ ਜਿਹੜਾ ਰਾਤ ਦਾ ਪਹਿਲਾ ਪਹਿਰ ਹੈ 9 ਵਜੇ ਤੱਕ, ਉਦੋਂ ਵੀ ਸੌਣ ਦੀ ਆਗਿਆ ਨਹੀਂ। ਰਹਿਰਸ ਦਾ ਪਾਠ ਕਰਨਾ, ਭਜਨ ਬੰਦਗੀ ਕਰਨੀ, ਸੰਗਤ ਕਰਨੀ। ਜਿਹੜਾ ਆਖਰ ਵਾਲਾ ਪਹਿਰ ਹੈ 3 ਤੋਂ 6 ਦਾ, ਉਦੋਂ ਵੀ ਸੌਣ ਦੀ ਆਗਿਆ ਨਹੀਂ। ਜਿਹੜੇ ਵਿਚਕਾਰਲੇ 2 ਪਹਿਰ ਨੇ 9 ਤੋਂ 12 ਅਤੇ 12 ਤੋਂ 3, ਆਮ ਜਿਹੜਾ ਦੁਨਿਆਵੀ ਬੰਦਾ ਹੈ ਉਹ 2 ਪਹਿਰ ਦੀ ਨੀਂਦ ਲੈਂਦਾ ਹੈ। ਬੱਚਿਆਂ ਦੀ ਨੀਂਦ ਕੁਛ ਇਹਦੇ ਨਾਲੋਂ ਜ਼ਿਆਦਾ ਹੁੰਦੀ ਹੈ, ਅਤੇ ਕੰਮਕਾਰ ਵਾਲਾ ਬੰਦਾ 2 ਪਹਿਰ ਦੀ ਨੀਂਦ ਦੇ ਵਿੱਚ ਹਲਕਾ ਫੁੱਲ ਹੋ ਜਾਂਦਾ। ਜਿਹੜੇ ਸੰਤ ਨੇ ਉਹ ਰਾਤ ਦੇ 2 ਪਹਿਰ ਪਹਿਲੇ ਜਾਗਦੇ ਨੇ, ਅਤੇ ਰਾਤ ਦਾ ਜਿਹੜਾ ਆਖਰੀ ਪਹਿਰ ਹੈ ਉਦੋਂ ਉੱਠ ਕੇ ਬੈਠਦੇ ਨੇ, ਜਾਂ ਰਾਤ ਦਾ ਇੱਕ ਪਹਿਰ ਜਾਗਦੇ ਅਤੇ ਰਾਤ ਦਾ ਦੂਜਾ ਪਹਿਰ ਵਿਰਾਜ ਕੇ 3 ਜਾਂ 4 ਘੰਟਿਆਂ 'ਚ ਹੀ ਬ੍ਰਹਮ ਗਿਆਨੀ ਆਪਦੀ ਨੀਂਦ ਤਾਂ 2 ਘੰਟਿਆਂ 'ਚ ਹੀ ਪੂਰੀ ਕਰ ਲੈਂਦਾ। ਜਿਹੜੇ ਜਗਿਆਸੂ ਨੇ, ਗੁਰਮੁਖ ਨੇ, ਨਾਮ ਅਭਿਆਸੀ ਨੇ, ਉਹ 3 ਜਾਂ 4 ਘੰਟਿਆਂ 'ਚ ਆਪਦੀ ਨੀਂਦ ਸਮਾਪਤ ਕਰ ਦਿੰਦੇ। ਰਾਤ ਦੇ 12 ਵਜੇ ਜਾਂ 1 ਵਜੇ ਉੱਠ ਕੇ ਬੈਠ ਜਾਂਦੇ ਨੇ, ਫਿਰ ਸੌਂਦੇ ਨਹੀਂ। ਤੋ ਇਸ ਤਰ੍ਹਾਂ ਗੁਰਮੁਖ ਗੁਰਸਿੱਖ ਸਮੇਂ ਨੂੰ ਸਫਲ ਬਣਾਉਂਦੇ ਨੇ। ਪਰ ਸਾਡਾ ਸੋ ਜਿਹੜੇ ਇਹ 8 ਪਹਿਰ ਹਨ, ਇੱਕ ਤਰੀਕ ਬਦਲ ਜਾਂਦੀ ਹੈ। 15 ਤਰੀਕਾਂ ਦਾ ਹਨੇਰ ਪੱਖ ਅਤੇ 15 ਦਾ ਚਾਨਣ ਪੱਖ, 30 ਤਰੀਕਾਂ ਦਾ ਇੱਕ ਮਹੀਨਾ ਅਤੇ 12 ਮਹੀਨਿਆਂ ਦਾ ਸਾਲ ਅਤੇ 100 ਸਾਲਾਂ ਦੀ ਇੱਕ ਸਦੀ। ਇਉਂ ਸਮਾਂ ਗੁਜ਼ਰਦਾ ਜਾਂਦਾ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੇ ਤਨ ਸੀਜੈ, ਕਾਲ ਇਹੇਰੀ ਫਿਰੇ ਬਦਕ ਜਿਉਂ, ਕਹੋ ਕਮਨ ਵਿਦ ਕੀਜੈ। ਸੋ ਜ਼ਿੰਦਗੀ ਦਾ ਜਿਹੜਾ ਵੀ ਦਿਨ ਆਉਂਦਾ ਉਹ ਦਿਨ ਚਲਿਆ ਜਾਂਦਾ, ਉਮਰ ਘਟਦੀ ਜਾਂਦੀ ਹੈ। ਜਿਹੜੇ ਬਰਥਡੇ ਮਨਾਉਂਦੇ ਨੇ, ਮੈਨੂੰ ਤਾਂ ਉਹਨਾਂ 'ਤੇ ਹਾਸਾ ਆਉਂਦਾ। ਜੇ ਮੈਨੂੰ ਕੋਈ ਵਿਸ਼ ਕਰੇ ਤਾਂ ਮੈਨੂੰ ਬੜਾ ਗੁੱਸਾ ਚੜ੍ਹਦਾ। ਕਾਰਨ ਕੀ ਹੈ ਵੀ ਇਹਦੀ ਵਿਸ਼ ਵਾਲਾ ਕੰਮ ਹੀ ਕੋਈ ਨਹੀਂ। ਕਾਹਦੀ ਵਿਸ਼ ਹੈ? ਇਹਦਾ ਅਫਸੋਸ ਕਰਨਾ ਚਾਹੀਦਾ, ਰੋਣਾ ਚਾਹੀਦਾ ਆਪਦੇ ਕਰਮਾਂ ਨੂੰ ਬਹਿ ਕੇ ਵੀ 45 ਸਾਲ ਦੀ ਉਮਰ ਹੋ ਗਈ, ਕਾਹਦਾ ਬਰਥਡੇ ਹੈ, ਕੀ ਕੀਤਾ? ਜੇ ਧਰਮ ਰਾਜਾ ਹੁਣੇ ਆ ਕੇ ਕੰਨ ਪੁੱਟ ਕੇ ਪੁੱਛੇ ਵੀ ਦੱਸ 45 ਸਾਲ 'ਚ ਕੀ ਤੂੰ ਖੱਟਿਆ ਅਤੇ ਕੀ ਕਮਾਇਆ, ਮਰਨ ਤੋਂ ਬਾਅਦ ਤਾਂ ਬੜਾ ਪੁੱਛਣਾ, ਉਹ ਤਾਂ ਆਪਾਂ ਬੋਲ ਨਹੀਂ ਸਕਦੇ, ਨਾ ਸਾਨੂੰ ਪਤਾ ਚੱਲਦਾ। ਜੇ ਹੁਣੇ ਹੀ ਆ ਕੇ ਸਾਨੂੰ ਪੁੱਛ ਲੈ ਵੀ ਭਲਿਆ ਮਾਨਸਾ ਤੂੰ ਦੱਸ, ਗੱਲਾਂ ਤੂੰ ਮਾਰਦਾ, ਕਿਸੇ ਨੂੰ ਟਿਕਣ ਨਹੀਂ ਦਿੰਦਾ ਟਕੇ ਟਕੇ ਦੀਆਂ, ਅਤੇ ਤੂੰ ਦੱਸ ਵੀ ਤੂੰ ਕੀ ਖੱਟਿਆ? ਕਿਆ ਤੈਂ ਖੱਟਿਆ ਜੋ ਸਵਾਸਾਂ ਦੀ ਪੂੰਜੀ ਰੱਬ ਨੇ ਤੈਨੂੰ ਦੇ ਕੇ ਭੇਜੀ ਸੀ? ਕਿੰਨੇ ਪੈਸੇ ਤੋਂ ਖਰਚ ਲਏ ਨੇ ਅਤੇ ਕਿੱਥੇ ਖਰਚੇ ਨੇ? ਸਾਨੂੰ ਪੂਰਾ ਹਿਸਾਬ ਦੇ। ਕਿਉਂਕਿ ਜਿਹੜੀ ਮਨੀ ਹੈ ਇਹ ਕਿਸੇ ਦੀ ਹੈ, ਪਰਮਾਤਮਾ ਨੇ ਸਾਨੂੰ ਇੱਕ ਗਿਫਟ ਦਿੱਤਾ ਹੋਇਆ। ਜਿਹੜੀ ਚੀਜ਼ ਗਿਫਟ 'ਚ ਮਿਲੀ ਹੋਵੇ ਉਹਦੀ ਕੀਮਤ ਬੰਦੇ ਨੂੰ ਪਤਾ ਨਹੀਂ ਹੁੰਦੀ। ਜਿਹੜੀ ਹੱਕ ਹਲਾਲ ਦੀ ਕਮਾਈ, ਹੱਡ ਭੰਨ ਕੇ ਮਿਹਨਤ ਕੀਤੀ, ਉਹ ਰੁਪਈਆ ਰੁਪਈਆ। ਕਮਲਾ ਬੰਦਾ ਵੀ ਨਾ, ਜਿਹਨੂੰ ਕੱਖ ਵੀ ਨਹੀਂ ਆਉਂਦਾ, ਉਹਨੂੰ ਵੀ ਰੁਪਈਏ ਦੀ ਪਹਿਚਾਣ ਹੈ। ਉਹ ਵੀ ਸ਼ਹਿਰ ਆ ਕੇ 1-1 ਰੁਪਈਆ ਗਿਣ ਕੇ ਖਰਚੂਗਾ।
ਜਿਸ ਮੁੰਡੇ ਨੇ ਪਿਓ ਦੀ ਕਮਾਈ ਨੂੰ ਹੀ ਬੋਝੀ 'ਚ ਪਾਇਆ ਹੋਇਆ, ਉਹਨੂੰ ਕੀ ਪਤਾ ਕਿ ਸਾਡੇ ਪਿਓ ਨੇ ਕਿਵੇਂ ਕਮਾਈ ਹੈ। ਇਹ ਕਮਾਈ ਬਾਬਾ ਹਨੂੰਮਾਨ ਸਿੰਘ ਦੀ ਲੰਗਰ 'ਚ ਆਪਾਂ ਖਾ ਰਹੇ ਹਾਂ। ਆਹ ਜਿਹੜੇ ਬਸਤਰ ਪਹਿਨੇ ਹੋਏ ਨੇ, ਆਹ ਦਿਵਾਲੀ ਦਾ 1200 ਮਿਲਿਆ ਅਤੇ ਨਾਲੇ ਚੋਲਾ ਮਿਲਿਆ, ਇਹ ਬਾਬੇ ਹਨੂੰਮਾਨ ਸਿੰਘ ਸ਼ਹੀਦਾਂ ਦੀ ਕਮਾਈ ਹੈ ਜੋ ਅਸੀਂ ਪਹਿਨੀ ਹੋਈ ਹੈ। ਜਿੱਦਣ ਆਪਦੀ ਹੋਏਗੀ ਫਿਰ ਪਤਾ ਚੱਲੂਗਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਮਾਈ ਹੈ ਜੋ ਸੰਗਤ ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵਧੋ ਜਾਈ। ਸੋਢੀ ਸੁਲਤਾਨ ਪਾਤਸ਼ਾਹ ਗੁਰੂ ਰਾਮਦਾਸ ਦੀ ਕਮਾਈ ਹੈ ਜਿੱਥੋਂ ਬਖਸ਼ਿਸ਼ ਲੈ ਕੇ ਅਸੀਂ ਆਪ ਦੀ ਸੇਵਾ ਕਰ ਰਹੇ ਹਾਂ। ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀ ਬਾਣ ਨੂੰ ਬੁਲਾਇਆ, ਚੱਲ ਉਧਰ ਹਾਲ ਦੀ ਬਾਣ ਨੂੰ ਬੁਲਾਇਆ, ਹਰ ਫਰਮਾਨ ਦਰਗੇ ਕਾ ਆਇਆ। ਰੱਬ ਦੀ ਦਰਗਾਹ ਦਾ ਫਰਮਾਨ ਆ ਜਾਵੇਗਾ, ਮੁੜ ਕੇ ਜਵਾਬ ਨਹੀਂ ਹੋਣਾ। ਕਿਉਂ ਵੱਡੇ ਬੁੱਢੇ ਕਾਹਦਾ ਜਨਮ ਦਿਨ ਦੀ ਖੁਸ਼ੀ ਬੰਦਾ ਕਿਉਂ ਮਨਾਉਂਦਾ ਵੀ ਮੈਂ ਇੰਨਾ ਵੱਡਾ ਹੋ ਗਿਆ? ਉਹ ਮੂਰਖਾ ਵੱਡਾ ਨਹੀਂ ਹੋਇਆ। ਜਿੰਨੀ ਉਮਰ ਪਰਮਾਤਮਾ ਨੇ ਜੇ 60 ਸਾਲ ਲਿਖੀ ਹੈ ਤੇ 45 ਸਾਲ ਤੂੰ ਛੋਟਾ ਹੋ ਗਿਆ। ਇਹ ਜਾਦੂ ਦੀ ਪੌੜੀ ਹੈ। ਜਾਦੂ ਦੀ ਪੌੜੀ ਬੰਦਾ ਸੋਚਦਾ ਕਿ ਮੈਂ ਉੱਚਾ ਚੜ੍ਹ ਰਿਹਾ, ਪਰ ਮਹਾਰਾਜ ਨੇ ਲੌਜਿਕ ਦਿੱਤਾ ਹੈ, ਉੱਚਾ ਚੜ੍ਹੈ ਸੋ ਪਵੇ ਪਿਆਲਾ। ਜਿੰਨਾ ਬੰਦਾ ਕੋਈ ਉੱਚਾ ਚੜ੍ਹ ਕੇ ਡਿੱਗਦਾ ਉਨੀ ਸੱਟ ਜ਼ਿਆਦਾ ਲੱਗਦੀ ਹੈ, ਉਹ ਬਚਦਾ ਨਹੀਂ। ਹੇਠਾਂ ਵਾਲਾ ਤਾਂ ਭਾਵੇਂ ਮਾੜਾ ਮੋਟਾ ਬਚਾਅ ਹੋ ਜਾਏ। ਆਮ ਤੌਰ 'ਤੇ ਮਾਈਆਂ ਬੀਬੀਆਂ ਕਹਿੰਦੀਆਂ ਹੁੰਦੀਆਂ ਵੀ ਕਾਕਾ ਹੱਸੋ ਨਾ, ਕਿਉਂਕਿ ਸਭ ਕੁਝ ਉਲਟ ਪੁਲਟ ਹੈ। ਇਨਸਾਨ ਜੋ ਸਮਝਦਾ ਸੋ ਨਹੀਂ ਹੈ, ਜੋ ਸਾਡੀ ਸਮਝ ਤੋਂ ਬਾਹਰ ਹੈ ਸੋ ਹੈ। ਕਹਿੰਦੇ ਹਨ ਕਿ ਹਰਖੰ ਤਾਂ ਸੋਗੰ ਭੋਗੰ ਤਾਂ ਰੋਗੰ। ਜਿੱਥੇ ਭੋਗ ਨੇ ਉੱਥੇ ਰੋਗ ਨੇ, ਜਿੱਥੇ ਹਾਸਾ ਮਖੌਲ ਹੈ, ਜਿੱਥੇ ਖੁਸ਼ੀ ਹੈ ਉੱਥੇ ਰੋਣਾ ਵੀ ਹੈ। ਜਿੱਥੇ ਉੱਚਾ ਪੁਣਾ ਹੈ ਉੱਥੇ ਬੰਦਾ ਡਿੱਗ ਵੀ ਜਾਂਦਾ ਹੈ। ਤਾਂ ਜਿੰਨਾ ਉੱਚਾ ਡਿੱਗੇਗਾ ਉਨੀ ਸੱਟ ਜ਼ਿਆਦਾ ਲੱਗੇਗੀ। ਤਾਂ ਉੱਚਾ ਚੜ੍ਹੇ ਸੋ ਪਵੇ ਪਿਆਲਾ, ਧਰਨ ਪੜ੍ਹੇ ਤਿਸ ਲੱਗੇ ਨਾ ਕਾਲਾ। ਜਿਹੜਾ ਬਰਥਡੇ ਵਾਲੇ ਦਿਨ ਖੁਸ਼ੀ ਮਨਾਉਂਦਾ ਵੀ ਮੈਂ ਵੱਡਾ ਹੋ ਗਿਆ, ਅੱਜ ਮੇਰਾ ਜਨਮ ਦਿਨ ਹੈ, ਅਤੇ ਉਹ ਸਮਝ ਲਓ ਵੀ ਓਨੇ ਸਾਲ ਮਾਈਨਸ ਹੋ ਕੇ ਉਹ ਛੋਟਾ ਹੋ ਗਿਆ, ਵੱਡਾ ਨਹੀਂ ਹੋਇਆ। ਜੇ 60 ਸਾਲ ਦੀ ਉਮਰ ਹੈ ਤਾਂ 15 ਸਾਲ ਮਸਾਂ ਰਹਿ ਗਏ, 90 ਦੀ ਹੈ ਤਾਂ 25 ਰਹਿ ਗਏ। ਮਤਲਬ ਜ਼ਿਆਦਾ ਤਾਂ ਭੋਗ ਲਈ ਹੈ, ਖੁਸ਼ੀ ਕਾਹਦੀ? ਗੁਰੂ ਘਰ ਆ ਕੇ ਅਰਦਾਸ ਕਰਨੀ ਚਾਹੀਦੀ, ਆਪ ਦੇ ਕਰਮਾਂ ਦੀ ਵਿਚਾਰ ਕਰਨੀ ਚਾਹੀਦੀ ਹੈ। ਤਾਂ ਇਸ ਲਈ ਕਈ ਮਰਿਆਂ ਤੋਂ ਬਾਅਦ ਵੀ ਮਨਾਈ ਜਾਣਗੇ, ਕਈ ਮਰਨ ਕਿਨਾਰੇ ਵੀ ਮਨਾਉਣਗੇ। ਕਿਉਂ? ਜਨਮ ਦਿਨ ਤਾਂ ਉੱਕਾ ਹੀ ਨਹੀਂ ਮਨਾਉਣੇ ਚਾਹੀਦੇ। ਜੇ ਮਨਾਉਣੇ ਨੇ, ਇੱਕ ਪ੍ਰੇਮੀ ਇੱਧਰ ਮੋਹਾਲੀ 10 ਫੀਸ ਹਰ ਸਾਲ ਦੇ ਸਾਲ, ਸ਼ਾਇਦ ਪਰਮਾਤਮਾ ਨੇ ਉਹਨਾਂ ਨੂੰ ਬੱਚੇ ਦੀ ਘਾਟ ਦਿੱਤੀ ਹੈ ਅਤੇ ਬੱਚੇ ਦੀ ਚਾਹਨਾ ਉਹਨਾਂ ਦੇ ਮਨ ਵਿੱਚ ਜਾਂ ਸ਼ਰਧਾ ਭਾਵਨਾ ਲਾ ਲਓ। ਉਹ ਸਾਹਿਬਜ਼ਾਦਿਆਂ ਦਾ ਦਿਨ ਮਨਾਉਂਦੇ ਹਨ। ਸਾਲ ਬਾਅਦ ਅਖੰਡ ਪਾਠ ਕਰਾਉਂਦੇ ਨੇ। ਅਰਦਾਸ ਕੀ ਕਰਾਉਂਦੇ ਨੇ ਕਿ ਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਨਾਮ 'ਤੇ ਉਹਨਾਂ ਦਾ ਜਨਮ ਦਿਨ ਲਾ ਲਓ ਜਾਂ ਸ਼ਹੀਦੀ ਦਿਨ ਲਾ ਲਓ, ਉਹਨਾਂ ਦੀ ਯਾਦ ਵਿੱਚ ਮਹਾਰਾਜ ਤੇਰੀ ਬਾਣੀ ਦਾ ਭੋਗ ਪਵਾਇਆ, ਕਿਰਪਾ ਕਰੋ। ਕਿਉਂ? ਜਨਮ ਦਿਨ ਮਨਾਓ ਬਾਬਾ ਜ਼ੋਰਾਵਰ ਸਿੰਘ ਦਾ ਅਤੇ ਬਾਬਾ ਫਤਿਹ ਸਿੰਘ ਦਾ, ਆਪ ਦੇ ਬੱਚਿਆਂ ਦਾ ਨਹੀਂ। ਜੇ ਬਰਸੀ ਮਨਾਓ ਅਤੇ ਸ਼ਹੀਦਾਂ ਦੀ ਮਨਾਓ। ਜਨਮ ਦਿਨ ਮਨਾਓ ਬਾਬਾ ਦੀਪ ਸਿੰਘ ਦਾ, ਬਾਬੇ ਹਨੂੰਮਾਨ ਸਿੰਘ ਦਾ। ਜਿੰਨੇ ਵੀ ਗੁਰਪੁਰਬ ਨੇ ਇਹ ਗੁਰੂਆਂ ਦੇ ਮਨਾਉਣੇ ਚਾਹੀਦੇ ਨੇ, ਆਪ ਦੀ ਹੀ ਧੂਪ ਨਹੀਂ ਦਿਖਾਉਣੀ ਚਾਹੀਦੀ, ਕਿਉਂਕਿ ਅਸੀਂ ਇਨਸਾਨ ਹਾਂ। ਭਗਵਾਨ ਦਾ ਨਾਮ ਲਵਾਂਗੇ, ਉਹਦੀ ਅਰਦਾਸ ਕਰਾਂਗੇ, ਉਹਦੀ ਯਾਦ ਵਿੱਚ ਜੁੜਾਂਗੇ ਤਾਂ ਅਵਸਥਾ ਉੱਚੀ ਹੋਵੇਗੀ। ਜੇ ਆਪ ਦਾ ਹੀ ਕਰੀ ਗਏ ਫਿਰ ਦੁਨੀਆ ਵਿੱਚ ਮਨ ਜੁੜੇਗਾ। ਇਸ ਲਈ ਮਹਾਰਾਜ ਕਹਿੰਦੇ ਨੇ ਜਿਹੜਾ ਦਿਨ ਆਇਆ ਹੈ ਉਹ ਦਿਨ ਚਲਿਆ ਜਾਣ ਵਾਲਾ, ਕੁਛ ਵੀ ਨਵਾਂ ਨਹੀਂ ਹੈ ਜਾਂ ਸਭ ਕੁਛ ਹੀ ਨਵਾਂ ਹੈ। ਜੋ ਕੁਛ ਵੀ ਆਉਂਦਾ ਨਵਾਂ ਆਉਂਦਾ ਅਤੇ 1 ਸੈਕਿੰਡ ਬਾਅਦ ਉਹ ਪੁਰਾਣਾ ਹੋ ਜਾਂਦਾ ਹੈ। ਇਉਂ ਉਮਰ ਜਿਹੜੀ ਹੈ
ये गुजरती गुजरती गुजरी जा रही है। सो दिन जाही हाँ वो दिन चलिया जाएगा, उम्र घटती जा रही है। काची गागर नीर परत है, या तन की यह बुढ़ाई। जिहड़ी कच्ची गागर है वो चों पानी सिमदा सिमदा सिम जाएगा। ये शरीर दे विचों स्वासा रूपी पानी निकलदा निकलदा निकल जाएगा। कबीर गागर जल भरी आज कल जय है फूट। ये गागर जल की भरी हुई है, अज कल फुट जाएगी। गुर जो ना चेता आपनों अदमाज लीजे गए लोड़। जिहड़ी आपदे गुरु का हुक्म मन के परमात्मा का चेता नहीं करके करदे, वो अध विचाले विचों लुट ले जाणगे। करना कूच ये संसार तो सबना ने कूच कर जाना, रवाना होना है। रहन थिर नाही जिथे असीं बैठे हुए हैं, साडे तो पहला कई बैठ के चले गए हैं। जिस आसन हम बैठे किते बैस गया। हंकार कादा कोई कब्जा नहीं है। तो इस वास्ते साडा भी समा जद पूरा हो गया, सानू भी उठ के जाना पवेगा। संग चलत है हम भी चलना। अगली पंक्ति विच तुसीं ये सुनोगे। साडे संगी साथी मित्र दोस्त खबर आउंदियां ने कि वो चले गए हैं, जाना सानू भी पैना है। ये संसार तो जो आया सो चल सी, सब कोई आई वारी है। वारी आपो अपनी कोई न बंदे धीर। राणा राव न कोर है, रंग न तुंग फकीर। वारी आपो अपनी कोई न बंदे धीर। सबना ने रवाना हो जाना है। ये मेला हमेशा भरिया नहीं रहिंदा, इसलिए भरिया मेला आपदी मर्जी नाल खुशी नाल बंदा छड्ड दे तां चढ़दी कला, नहीं तां जे उजड़ जाए मुड़ के रो के फिर जाना पएगा। इउं नदी के किनारे इंसान खलोता सोचदा कि नदी भरी हुई है, पर असल दे विच भरी हुई नहीं है। पिछों पानी आ रहा, अगे नूं तुरिया जा रहा। जे पिछला पानी आना बंद हो जाए तो जिहड़ा पानी आपां देख रहे हो अगे नूं तुर जाए, नदी विच तां कुछ भी नहीं है, वो तां खाली हुई है। इउं पिछों संसार जन्म लैके आ रहा, अगे नूं बजुर्ग तुरे जा रहे ने। वो वेखण नूं भरिया जापदा, पर ये तो है कुछ नहीं। सो करना कूच, सबना ने कूच करके इथों चले जाना है। जिन्ना किसी का वीज़ा समा पूरा हो गया, उहदे तो बाद कंट्री आउट करनी पैनी है। इथों परलोक नूं रवानगी पाउणी पैनी है। संग चलत है हम भी चलना। रहन थिर नाही, इत्थे जिहड़ा रहना अस्थिति वाला नहीं, स्थिरता वाला नहीं है। दुनिया मुकामे फानी, इहदा नाम ही दो नीआं। जम्मण दी नींह रब बाद विच रखदा, मरण दी पहलां रख दिंदा। बच्चे दे मत्थे उपर पहलां रब मरना लिखदा है कि इन्हें किस दिन किहड़ी तरीक नूं किहड़े समय ते किस बहाने नाल मरना। किसी बीमारी नाल या किसी एक्सीडेंट नाल या किसी होर तरीके नाल मरण लिखाए। मंडल में आए, मंडल विच जीव बाद विच आए ने, मरना पहलों लिखाया होया है। अस्तित्व वाली काम नहीं। दुनिया नाम ही इसे करके है कि ए लोक दी नींह ते परलोक दी नींह, दो नीहां ने। दुनिया मुकामे, इहदा मुकाम, इहदी स्थिति फानी फना रूप है, नाशवंत है। दुनिया मुकामे फानी, तहकीक दिलदानी। अपने दिल दे विच तहकीक गल नूं सच्ची तू दानी जान लै। हे दाने पुरशा, तां तू ही वड्डा है, नहीं तां वड्डा नहीं कहा सकदा। ममसर मूए अजराइल गिरफ्त। भूतां वाले बाबे भूतां नूं केसां तो फड़ के काबू करदे ने, पर गुरु घर दे विच केस गुरु की मोहर पहचान, गुरसम अदब केस को ठाना। एक बार किसी च बोलन लग पिया अमृत छकाउंदियां, ते पंज प्यारे खड़े सीगे, मैं भी विच सेवा निभा रहा। मैं सोचा, मैं कहा भी
ਉਹ ਬਾਬੇ ਤਾਂ ਕੇਸਾਂ ਤੋਂ ਫੜਦੇ ਨੇ ਵੀ ਭੱਜ ਨਾ ਜਾਏ। ਆਪਾਂ ਹੁਣ ਪੰਜਾਂ ਪਿਆਰਿਆਂ ਦੀ ਸੇਵਾ ਨਿਭਾ ਰਹੇ ਹਾਂ ਅਤੇ ਅੰਮ੍ਰਿਤ ਛਕੇ ਤੋਂ ਬਾਅਦ ਤਾਂ ਕਹੀਦਾ ਵੀ ਕੇਸਾਂ ਦਾ ਅਦਬ ਕਰਨਾ ਹੈ ਵੀ ਬੀਬੀ, ਅਤੇ ਹੈ ਵੀ ਸਾਡੇ ਮਾਂ ਦੇ ਬਰਾਬਰ ਵੀ ਇਹ ਬੀਬੀ ਵਿਚਾਰੀ ਲੋਕ ਵੇਖਣ ਵਾਲੇ ਕੀ ਕਹਿਣਗੇ, ਉਹ ਭੂਤ ਬੋਲੀ ਜਾਏ ਜੀ ਹੋਰ ਹੀ ਤਰ੍ਹਾਂ। ਅਤੇ ਮੈਨੂੰ ਕੁਝ ਸੁੱਝੇ ਨਾ, ਕਿਉਂਕਿ ਆਪਾਂ ਕਦੀ ਕੰਮ ਇਹ ਕੀਤਾ ਨਹੀਂ। ਮੈਂ ਤਾਂ ਘਬਰਾ ਗਿਆ, ਕਿਰਪਾਨ ਹੱਥ 'ਚ ਫੜੀ ਹੋਈ। ਫਿਰ ਮੈਂ ਮਹਾਰਾਜ ਦੀ ਬਾਣੀ ਜੋ ਹੈ ਚੌਪਈ ਸਾਹਿਬ, ਉਹਦਾ ਕੰਨ ਫੜਿਆ। ਚੌਪਈ ਸਾਹਿਬ 3 ਮਿੰਟਾਂ ਦੀ ਸਾਰੀ, 2.5 ਮਿੰਟਾਂ ਦੀ, ਅਤੇ ਕੰਨ ਵੀ ਮਿੰਟ ਕੁ ਬਾਅਦ ਮੈਂ ਛੱਡਤਾ। ਉਹੀ ਪਾਠ ਪੂਰਾ ਕੀਤਾ। ਸੰਗਤਾਂ ਨੂੰ ਆਖਿਆ ਵੀ ਉੱਚੀ ਉੱਚੀ ਬੋਲੋ, ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਮਹਾਂਪੁਰਖ ਬਾਬਾ ਆਨੰਦ ਸਿੰਘ ਸਾਹਿਬ ਨਾਨਕਸਰ ਵਾਲਿਆਂ ਦੇ ਬਚਨ ਨੇ ਕਿ ਜਿੰਨਾ ਵੀ ਉੱਚੀ ਬੋਲ ਕੇ ਤੁਸੀਂ ਸੁਖਮਨੀ ਸਾਹਿਬ ਦਾ ਆਪ ਦੇ ਘਰਦਿਆਂ ਨੂੰ ਪਾਠ ਸੁਣਾਓਗੇ, ਓਨਾ ਹੀ ਕਲਯੁਗ ਥਰ ਥਰ ਕੰਬਦਾ ਤੁਹਾਡੇ ਗੇਟ ਤੋਂ ਬਾਹਰ ਭੱਜ ਜਾਊਗਾ। ਜਿੱਥੇ ਪਾਠ ਨਹੀਂ ਕਰੋਗੇ ਉੱਥੇ ਕਦੀ ਨਾ ਕਦੀ ਕਲਯੁਗ ਆਊਗਾ। ਮਤਲਬ ਜਿਨ੍ਹਾਂ ਘਰਾਂ ਦੇ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ ਉੱਥੇ ਕਲਯੁਗ ਦਾ ਪਹਿਰਾ ਹੁੰਦਾ, ਲੜਾਈ ਝਗੜਾ 100 ਗੱਲਬਾਤ ਨਿੰਦਿਆ ਚੁਗਲੀ। ਜਿੱਥੇ ਬਾਣੀ ਦਾ ਪਹਿਰਾ ਹੈ ਉੱਥੇ ਕਲਯੁਗ ਦੜੰਗੇ ਲਾ ਜਾਂਦਾ। ਜਿੰਨਾ ਉੱਚੀ ਬੋਲ ਕੇ ਪੜ੍ਹੋਗੇ ਉਨੀਆਂ ਵੱਧ ਬੁਲਾਵਾਂ। ਜਿਹੜਾ ਤੁਸੀਂ ਸੁਖਮਨੀ ਸਾਹਿਬ ਕਰਾਉਂਦੇ ਹੋ ਜਾਂ ਅਖੰਡ ਪਾਠ ਜਾਂ ਸਹਿਜ ਪਾਠ, ਕਿੰਨਾ ਚੰਗਾ ਹੋਵੇ ਜੇ ਡੇਲੀ ਤੁਸੀਂ ਆਪ ਹੀ ਰੱਖ ਲਓ। ਕਦੋਂ ਬਾਬੇ ਬੁੱਕ ਹੋਣਗੇ, ਕਦੋਂ ਸਾਲ ਬਾਅਦ ਸਾਡੀ ਵਾਰੀ ਆਊਗੀ ਅਤੇ ਕਦੋਂ ਸਾਡੀ ਅਰਦਾਸ ਕਰਨਗੇ, ਤੁਸੀਂ ਆਪ ਦੀ ਖੁਦ ਅਰਦਾਸ ਕਰੋ। ਰੋਜ਼ ਡੇਲੀ ਸੁਖਮਨੀ ਸਾਹਿਬ ਆਪ ਪੜ੍ਹੋ। ਸਹਿਜ ਪਾਠ ਅਖੰਡ ਪਾਠ ਜਿਹਨੂੰ ਮਹਾਰਾਜ ਨੇ ਕਿਰਪਾ ਕੀਤੀ ਹੈ, ਖੁਦ ਆਪ ਸੇਵਾ ਨਿਭਾਓ। ਸੱਚੇ ਪਾਤਸ਼ਾਹ ਕਿਰਪਾ ਕਰਨ। ਅਤੇ ਉਹ ਬੀਬੀ ਸ਼ਾਂਤ ਹੋ ਗਈ ਜੀ। ਮੁੜ ਕੇ ਬਾਅਦ 'ਚ ਉਹਨੇ ਦੱਸਿਆ, ਕਹਿੰਦੇ ਤੁਸੀਂ ਮੈਨੂੰ ਕਾਬੂ ਕੀਤਾ ਹੋਇਆ। ਮੈਂ ਕਿਹਾ ਵੀ ਅਸੀਂ ਤਾਂ ਤੈਨੂੰ ਫੜਿਆ ਨਹੀਂ ਹੋਇਆ। ਬਾਣੀ ਵੀ ਸਮਾਪਤ ਕਰਦੀ, ਫਤਿਹ ਬੁਲਾਤੀ। ਕਹਿੰਦਾ ਜੋ ਸਤਿਨਾਮ ਵਾਹਿਗੁਰੂ ਹੋ ਰਿਹਾ ਹੈ, ਇਹ ਮੇਰੇ 4 ਚੁਫੇਰੇ ਤੁਸੀਂ ਅੱਗ ਬਾਲੀ ਹੋਈ ਹੈ ਅਤੇ ਮੈਂ ਤੁਹਾਡੀ ਆਗਿਆ ਤੋਂ ਬਗੈਰ ਜਾ ਨਹੀਂ ਸਕਦਾ। ਫਿਰ ਉਹਨੂੰ ਕੁਛ ਗੱਲਾਂ ਬਣਾ ਕੇ ਆਖਿਆ ਵੀ ਮਹਾਰਾਜ ਨੂੰ ਮੱਥਾ ਟੇਕ ਅਤੇ ਬੀਬੀ ਭੈਣਾਂ ਨੂੰ ਛੱਡ ਕੇ ਤੂੰ ਤਿਆਗ ਕਰਕੇ ਕਿਤੇ ਹੋਰ ਆਪ ਦਾ ਪ੍ਰਬੰਧ ਕਰ। ਸੋ ਇਸ ਵਾਸਤੇ ਮਮ ਸਰ ਮੂਏ ਅਜ਼ਰਾਈਲ ਖਰਿਫਤਾ। ਮੈਂ ਕੇਸਾਂ ਦੀ ਗੱਲ ਕਰ ਰਿਹਾ ਸੀ ਵੀ ਬੰਦਾ ਕਾਬੂ ਨਾ ਆਵੇ, ਉਹਨੂੰ ਸਿਰ ਦੇ ਵਾਲਾਂ ਤੋਂ ਫੜਦੇ ਨੇ ਲੋਕ। ਗੁਰਸਿੱਖੀ 'ਚ ਤਾਂ ਮਨਾਹੀ ਹੈ। ਜਿਹੜੇ ਸਾਡੇ ਸਿਰ ਦੇ ਕੇਸ ਨੇ, ਵੱਡੇ ਵੱਡੇ ਪਾਟੇ ਖਾਂ ਅਤੇ ਨਾਢੂ ਖਾਂ, ਜਿਹੜੇ ਕੰਮ ਨੇ ਆਪਣਾ ਕਾਬੂ ਨਹੀਂ ਆਉਂਦੇ, ਜਮਦੂਤ ਉਹਨਾਂ ਨੂੰ ਸਿਰ ਦੇ ਵਾਲਾਂ ਤੋਂ ਫੜ ਕੇ ਕਾਬੂ ਕਰਦੇ ਨੇ। ਸੱਚੀ ਗੱਲ ਹੈ। ਵੱਡੇ ਵੱਡੇ ਬੰਦੇ ਉਹ ਬੋਲ ਨਹੀਂ ਸਕਦੇ। ਜਿਹੜਾ ਕੰਸ ਸੀਗਾ, ਜਿਹਨੇ ਸਾਰੀ ਉਮਰ ਵਕਤ ਪਾਈ ਰੱਖਿਆ ਕ੍ਰਿਸ਼ਨ ਨੂੰ ਅਤੇ ਆਪਦੀ ਭੈਣ ਦੇਵਕੀ ਨੂੰ ਜੇਲ੍ਹ 'ਚ ਰੱਖਿਆ, ਆਪਦੇ ਸਕੇ ਭਣਵਈਏ ਨੂੰ ਦੁਖੀ ਕਰ ਮਾਰਿਆ, ਕਿੰਨੇ ਬੱਚੇ ਉਹਨਾਂ ਦੇ ਮਾਰ ਸੁੱਟੇ। ਇੰਨੀ ਦੁਨੀਆ ਤੋਂ ਕੰਬਦੀ ਸੀਗੀ। ਜਦ ਉਹਦੀ ਮੌਤ ਆਈ ਅਤੇ ਛੋਟਾ ਜਿਹਾ ਕੱਦ ਸੀ ਕ੍ਰਿਸ਼ਨ ਦਾ, ਸਲਿਮ ਜਿਹਾ ਸਰੀਰ, ਮਾਰ ਕੇ ਛਾਲ ਅਤੇ ਸਿਰ ਦੇ ਵਾਲਾਂ ਤੋਂ ਇਹੋ ਜਿਹਾ ਕਾਬੂ ਕੀਤਾ, ਉਹ ਹਿੱਲ ਹੀ ਨਹੀਂ ਸਕਿਆ, ਕੁਸਕ ਨਹੀਂ ਸਕਿਆ। ਪਟਕਾ ਕੇ ਤਖਤ ਤੋਂ ਥੱਲੇ ਮਾਰਿਆ। ਇਹ ਉਹ ਮਮਸਰ ਮੂਏ ਅਜ਼ਰਾਈਲ ਗ੍ਰਿਫਤ ਹੈ। ਮੇਰੇ ਸਿਰ ਦੇ ਵਾਲ ਅਜ਼ਰਾਈਲ ਮੌਤ ਦੇ ਫਰਿਸ਼ਤੇ ਨੇ ਪਕੜੇ ਹੋਏ ਹਨ। ਮੂਏ ਨਾਮ ਹੈ ਕੇਸਾਂ ਦਾ ਫਾਰਸੀ ਵਿੱਚ। ਦਿਲ ਹੇਚ ਨਾ ਦਾਨੀ, ਉਹ ਦਿਲ ਵਿੱਚ ਰੱਤੀ ਭਰ ਵੀ ਹਿਚਕਚਾਹਟ ਨਹੀਂ ਕਰਦਾ। ਸੋ ਰਹਿਣ ਥਿਰ ਨਾਹੀਂ। ਇਹ ਸੰਸਾਰ ਦਾ ਮੁਕਾਮ ਅਸਥਿਤੀ ਵਾਲਾ, ਹਮੇਸ਼ਾ ਰਹਿਣ ਵਾਲਾ ਨਹੀਂ। ਇਹ ਤਾਂ ਸਰਾਂ ਹੈ, ਇਹ ਤਾਂ ਪ੍ਰਾਹੁਣਚਾਰੀ ਦਾ ਸਮਾਂ। ਆਏ ਰਹਿਣ ਪ੍ਰਾਹੁਣੇ। ਸਰਾਵਾਂ ਦੇ ਵਿੱਚ ਲਿਖ ਕੇ ਲਾਇਆ ਹੁੰਦਾ ਵੀ 1 ਜਾਂ 2 ਦਿਨ ਤੁਸੀਂ ਠਹਿਰ ਸਕਦੇ ਹੋ, ਵੱਧ ਤੋਂ ਵੱਧ 3 ਦਿਨ। ਉਹ ਵੀ ਮੈਨੇਜਰ ਕੋਲੋਂ ਪੁੱਛਣਾ ਪਊਗਾ ਵੀ ਮੈਨੇਜਰ ਸਾਹਿਬ ਅਸੀਂ ਸਰਾਂ ਦਾ ਕਮਰਾ ਵਰਤਣਾ, ਕੁਝ ਦਿਨ ਹੋਰ ਠਹਿਰ ਜਾਈਏ। ਉਹ ਆਗਿਆ ਦਊਗਾ ਤਾਂ। ਸਰਾਂ ਦਾ ਹੀ ਨਿਯਮ ਹੁੰਦਾ ਹੈ, ਪਰਦੇਸੀਆਂ ਵਾਸਤੇ ਹੈ। ਜਿਹੜੇ ਪ੍ਰਾਹੁਣੇ ਨੇ, ਪ੍ਰਾਹੁਣੇ ਉਹ ਵੀ 1 ਰਾਤ ਨਹੀਂ ਤਾਂ ਦੂਜੀ ਰਾਤ ਵੱਧ ਤੋਂ ਵੱਧ ਤੁਸੀਂ ਪ੍ਰੇਮ ਕਰੋਗੇ, ਰੱਖ ਲਓਗੇ। ਸਮਾਂ ਕਿਸੇ ਕੋਲ ਹੈ ਨਹੀਂ, ਨਾ ਰਹਿਣ ਦਾ ਨਾ ਰੱਖਣ ਦਾ। ਇਉਂ ਆਏ ਰਹਿਣ ਪ੍ਰਾਹੁਣੇ ਅਤੇ ਉੱਠ ਚੱਲ ਸਹਿ ਪ੍ਰਭਾਤ।
क्या तू रता गृहस्थ स्यों सब फुल्लां की गा बागात हर गुण गाओ मना ते हर गुण गाओ मना छोड़ सगल गुमान। महाराज सच्चे पातशाह कहते भाई अहंकार का त्याग कर दिओ ते प्रभु परमात्मा दे गुण गाउणा करो। तो जिस तरह प्राहुणे आउंदे ने तुर जांदे ने, सरान दे विच राहगीर परदेसी आउंदे तुर जांदे ने, इसे प्रकार जिहड़ा पंछी हुंदा है वो रात नूं दरखत ते आउंदा है। तरवर पंखी बहु निसबास साज बिहाग तके आगास। सवेर आउण तो वो उठ के ते तुर जांदा, उडारी मार जांदा। जिथे अज रात रहा उत्थे अगली रात नहीं रहिंदा, किसी होर दरखत ते प्रबंध करदा। इउं आपां भी नहीं रहना है। साडे साथी वो चले गए ने ते सानू भी जाना पवेगा। या इस प्रकार रहन संग चलत है हम भी चलना। संगी साथी किहड़े? आ साडियां अखां जिहड़ियां नाल आईयां सीगियां, ये निगाह हुण घट गई है ते हौली हौली घटदी जानी है, वधन दे कोई आसार नहीं हैं। ते इउं जिहड़े कंन ने कंन ये भी सुणनों रह जांदे ने, जबान भी लड़खड़ाउण लग पैंदी है। ते जिहड़े पैर हन ते हत्थ हन ये भी लड़खड़ाउण लग पैंदे। चंगा भला बंदा दुध का गिलास उहदे कोलों डुੱਲ जांदा, इन्ने हत्थ पैर कंबदे ने। इसलिए जिहड़े साडे नाल आए सी इंद्रे ये भी हौली हौली कमज़ोर हुंदे, इन्हां दी ताकत चली जा रही है। ते असीं भी एक दिन मतलब जीव आत्मा ने शरीर छड्ड के तुर जाना है। दूर गवन जे कोई पूछे कि जाना कित्थे है, कहंदे परलोक दा रस्ता बहुत दूर दा है, अज तक कोई दस नहीं सकिया कि कित्थे जाना है। इसी तरह दूर गवन जो मर जाना बहुत दूर समझिया सीगा। सिर ऊपर मरना ये साडे सिर उपर है। हर जियो काल सदा सिर ऊपर ठाडे। काल जिहड़ी मौत है सिर दे उपर कूका मारी खड़ी है। ते जन्म जन्म वैराई ये जन्मां जन्मांतरां दी वैरन बनी हुई है। मौत दा समा सिर ते मंडरा रहा है। सज्जन मेरे रंगुले जाए सुते जी राण। मेरे रंगले सज्जन सिंह साहब ज्ञानी सुखजिंदर सिंह जी, ज्ञानी विरसा सिंह जी बड़े गुरमुख, रोटी खाण की भुख नहीं सी रहिंदी। मैं जद भी अमृतसर जाना तो महाराज नूं मत्था बाद च टेकना, सिंह साहब नूं पहलां मिल के आउणा। पहलां तरन ताਰਨ सीगे ते उन्हां भी प्यार नाल बिठाउणा, रोटी पानी चाह पानी छकाउणा, कहना कल नूं कथा करी ते कहना 7 वचन। तो इस तरीके नाल ऐसे गुरमुख प्यारे जिन्हां दे दर्शन करके ते भुख लथ जांदी सीगी। महाराज ने चंगे बंदियां दी कहिंदे लोकां गल बनाई है भी रब नूं भी लोड़ है ते वो पहलां ही बुला लैंदा है। सज्जन मेरे रंगुले जाए सुते जीरा। हंग पी वंजा डुमणी रोवा चीनी बाण। संसार वालों सो उठ के उपराम हो के श्रोमणी परमेश्वर की प्राप्ति वाले भगती रूप रस्ते ते सानू चलना चाहिए। क्योंकि साथी चले गए ने, मौत का डर साडे सिर ते भी मंडरा रहा है। इस वास्ते आप दा प्रबंध करना चाहिए है। देश बड़ा दूर है, सफ़र बड़ा लंबा है, उत्थे पहुँचाउण वाली मौत सिर ते खड़ी कूका मार रही है। कुछ प्रबंध हुंदा तां कर लईए। क्या तू सोया जाग आना। हे अज्ञात जीव, तू की अविद्या परमात्मा की नींद में सुता होया है। तू ज्ञान अवस्था दे जागना कर। परदेसी बंदा सुता रह जाए तो साथी उठ के तुर जान तो मुड़ के कित्थों रस्ता लभेगा। दिल्ली वाले महापुरख साहब अपना बाबा हरबंस सिंह जी कार सेवा वाले, उन्हों का निजम है भई रात नूं 9 वजे तो पहला प्रशादा नहीं वरताउणा।
ਤੇ ਕਈ ਵਾਰ ਉਹਨਾਂ ਵੇਖ ਲੈਣਾ, ਕਹਿਣਾ ਝਾਤੀਆਂ ਕੀ ਮਾਰਦੇ ਹੋ, ਬੈਠੋ ਸਤਿਨਾਮ ਵਾਹਿਗੁਰੂ ਪੜ੍ਹੋ। ਲਗਾਤਾਰ 7 ਵਜੇ ਤੋਂ ਲੈ ਕੇ 9 ਵਜੇ ਤੱਕ ਤਪ ਕਰਾਉਣਾ ਸਤਿਨਾਮ ਵਾਹਿਗੁਰੂ, ਤੇ 9 ਵਜੇ ਪ੍ਰਸ਼ਾਦਾ ਛਕਾ ਕੇ ਮੰਜੇ ਡਾਹ ਦੇਣੇ ਵੀ ਹੁਣ ਤੁਸੀਂ ਆਰਾਮ ਕਰੋ। ਤੇ 3:30 ਵਜੇ ਤੋਂ ਬਾਅਦ 4 ਵਜੇ ਕੋਈ ਵੀ ਬੰਦਾ ਸੁੱਤਾ ਲੱਭ ਗਿਆ, ਮੰਜਾ ਪਲਟਾ ਕੇ ਕਹਿਣਾ ਵੀ ਉਹ ਟੂਟੀਆਂ 'ਤੇ ਜਾਓ, ਸਭ ਮੰਜੇ ਚੁੱਕ ਕੇ ਸੰਗਲ ਮਾਰ ਦੇਣਾ। 4 ਵਜੇ ਤੋਂ ਬਾਅਦ ਭਲਾ ਸੌਣ ਦਾ ਕੀ ਕੰਮ, ਕਿਹੜੇ ਕੰਮ ਆਏ ਹੋ? ਦਿੱਲੀ ਸ਼ਹਿਰ ਹੈ, ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ, ਤੁਸੀਂ ਸੁੱਤੇ ਪਏ ਹੋ। ਕਾਰਸੇ ਵਾਲੇ ਮਹਾਂਪੁਰਖ 4 ਵਜੇ ਤੋਂ ਬਾਅਦ ਸੌਣ ਨਹੀਂ ਦਿੰਦੇ। ਤੋ ਇਸ ਵਾਸਤੇ ਕਿਆ ਤੂੰ ਸੁੱਤਾ ਹੋਇਆ ਬਈ, ਦਰਬਾਰ ਸਾਹਿਬ ਜਾਓ, ਕਦੀ ਵੀ ਕਮਰਾ ਬੁੱਕ ਨਾ ਕਰਾਓ, ਪਰ ਕਰਮਾਂ ਦੇ ਵਿੱਚ ਸੌਵੋ, ਤਾਂ ਕਿ ਜੇ 3 ਵਜੇ ਤੱਕ ਵੀ ਬੰਦਾ ਉੱਠ ਨਾ ਸਕੇ ਤੇ ਬਾਲਟੀ ਪਾਣੀ ਦੀ ਮਾਰ ਕੇ ਉਹ ਸੇਵਾਦਾਰ ਕਹਿਣ ਵੀ ਉੱਠ ਭਾਈ ਹੁਣ ਤਾਂ ਧੁਆਈ ਸੇਵਾ ਦਾ ਟਾਈਮ ਹੋ ਗਿਆ। 3 ਵਜੇ ਐਨ ਪਰਿਕਰਮਾ ਧੋ ਕੇ ਉਹ ਸਾਫ਼ ਕਰ ਦਿੰਦੇ, ਤੇ ਬਦੋ ਬਦੀ ਬੰਦੇ ਨੂੰ ਉੱਠ ਕੇ ਨਹਾਉਣਾ ਪੈਂਦਾ। ਇਸ ਵਾਸਤੇ ਜੇ ਕਮਰੇ ਸੁੱਤਾ ਰਿਹਾ ਤਾਂ ਫਿਰ ਭਾਵੇਂ ਦਿਨ ਚੜੇ ਵੀ ਜਾਗਣਾ ਹੈ। ਕਿੱਥੇ ਤੂੰ ਸੁੱਤਾ ਪਿਆ? ਦਰਬਾਰ ਸਾਹਿਬ ਆ ਕੇ ਸੁੱਤਾ ਪਿਆ ਭਾਈ, ਉੱਠਦਾ ਕਿਉਂ ਨਹੀਂ? ਉੱਠ ਜਾਗ ਕੁਰਾੜੇ ਮਾਰ, ਨਹੀਂ ਤੂੰ ਇਸ ਜਹਾਨੋਂ ਜਾਵੇਂਗੀ, ਫਿਰ ਕਦਮ ਨਾ ਇੱਥੇ ਪਾਵੇਂਗੀ। ਇਹ ਸੌਣ ਲਈ ਨਹੀਂ ਸੰਸਾਰ 'ਚ ਰੱਬ ਨੇ ਭੇਜਿਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਥੋੜਾ ਆਪਣੀ ਨੀਂਦ ਨੂੰ ਘਟਾ ਤੇ ਰੱਬ ਦਾ ਭਜਨ ਕਰ। ਤੈ ਜੀਵਨ ਜਗ ਸੱਚ ਕਰ ਜਾਣਾ। ਜਿਹੜਾ ਸੁੱਤਾ ਬੰਦਾ ਹੈ ਤੇ ਲੰਮੀਆਂ ਤਾਣਗੇ, ਉਹ ਤਾਂ ਬੇਫਿਕਰ ਹੋ ਕੇ ਸਮਝਦਾ ਵੀ ਇੱਥੇ ਹਮੇਸ਼ਾ ਰਹਿਣਾ। ਕਬੀਰ ਸੂਤਾ ਕਿਆ ਕਰੈ, ਜਾਗ ਰੋਏ ਭੈ ਦੁੱਖ, ਆਪਦੇ ਦੁੱਖਾਂ ਨੂੰ ਰੋ। ਜਿਹੜਾ ਭੋਗ ਕੇ ਆਇਆ ਤੇ ਜਾ ਕੇ ਭੋਗਣਾ ਹੈ। ਜਾਕਾ ਬਾਸਾ ਗੋਰ ਮੈਂ, ਤੇਰਾ ਬਾਸਾ ਕਬਰ ਦੇ ਵਿੱਚ ਹੈ ਗੁਰਮੁਖਾ, ਸੋ ਕਿਉਂ ਸੋਵੈ ਸੁਖ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ। ਇੱਕ ਦਿਨ ਸੋਵਣ ਹੋਏ ਗੋ, ਲਾਂਬੇ ਗੋੜ ਬਸਾ, ਲੱਤਾਂ ਬਸਾਰ ਕੇ ਸੁੱਤਾ ਨਹੀਂ ਕਬਰ 'ਚ, ਮੁੜ ਕੇ ਨਹੀਂ ਤੈਨੂੰ ਕਿਸੇ ਜਗਾਉਣਾ। ਹੁਣ ਤਾਂ ਗੁੱਸਾ ਕਰਦਾ ਵੀ ਬਾਬੇ ਸੌਣ ਨਹੀਂ ਦਿੰਦੇ, ਸਪੀਕਰ ਲਾ ਦਿੰਦੇ, ਆ ਉਹ ਇੰਝ ਉਂਝ। ਤੇ ਕੀ ਤੂੰ ਸੁੱਤਾ ਪਿਆ ਹੈ? ਕੀ ਤੂੰ ਜ਼ਿੰਦਗੀ ਨੂੰ ਸੰਸਾਰ ਵਿੱਚ ਸੱਚਾ ਕਰਕੇ ਜਾਣਿਆ ਹੋਇਆ? ਇਹ ਬਿਲਕੁਲ ਝੂਠ ਹੈ। ਝੂਠੇ ਕੀਰੇ ਝੂਠ ਪ੍ਰੀਤ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਿਨ ਜੀਉ ਦੀਆ, ਜਿਸ ਪਰਮਾਤਮਾ ਨੇ ਜ਼ਿੰਦਗੀ ਤੈਨੂੰ ਜੀਵਨ ਦਿੱਤਾ ਹੈ, ਸੋ ਰਿਜਕ ਅੰਬਰਾਵੈ, ਉਹ ਰੋਜੀ ਆਪ ਅਪਣਾਉਂਦਾ ਪਹੁੰਚਾਉਂਦਾ ਹੈ। ਕੋਈ ਵੀ ਭੁੱਖਾ ਨਹੀਂ ਸੌਂਦਾ। ਅੱਜ ਤੱਕ ਸਾਡੀ ਇੰਨੀ ਉਮਰ ਹੋ ਗਈ 50 ਦੇ ਕਰੀਬ, ਤੇ ਕਦੀ ਰਾਤ ਨੂੰ ਭੁੱਖੇ ਨਹੀਂ ਸੁੱਤੇ। ਉੱਠਦਿਆਂ ਸਾਰ ਫਿਰ ਪਰੌਂਠੇ। ਫਿਰ ਵੀ ਜੇ ਬੰਦਾ ਰੱਬ ਨੂੰ ਨਾ ਮੰਨੇ, ਆਖੇ ਵੀ ਮੈਂ ਇੰਝ ਤੇ ਮੈਂ ਉਂਝ, ਤਾਂ ਇਹ ਹੰਕਾਰ ਹੈ। ਸਭ ਕਟ ਭੀਤਰ ਹਾਟ ਚਲਾਵੈ, ਉਹ ਸਾਰੇ ਸਰੀਰਾਂ ਦੇ ਵਿੱਚ ਸਥਿਤ ਹੋ ਕੇ ਪ੍ਰਲਬਧ ਅਨੁਸਾਰ ਪਾਲਣ ਪੋਸ਼ਣ ਰੂਪੀ ਹੱਟ ਚਲਾ ਰਿਹਾ ਹੈ। ਕਰ ਬੰਦਗੀ, ਇਸ ਲਈ ਹੇ ਗੁਰਮੁਖਾ, ਤੂੰ ਆਪ ਦੇ ਆਪ ਨੂੰ ਸਿੰਘ ਸਾਹਿਬ ਕਹਾਰਿਆ। ਸੰਤ ਜੀ ਬਾਬਾ ਜੀ ਗੁਰਮੁਖ ਕਹਾਉਂਦਾ, ਤੂੰ ਬੰਦਗੀ ਕਰਦਾ ਹੀ ਨਹੀਂ, ਭਗਤੀ ਕਰਿਆ ਕਰ। ਛਾੜ ਮੈਂ ਮੇਰਾ, ਆਹ ਪੈਲੀ ਮੇਰੀ ਹੈ, ਆਹ ਘਰ ਮੇਰਾ ਹੈ, ਇਹ ਟਰੈਕਟਰ ਮੇਰਾ, ਸਰੀਰ ਮੇਰਾ, ਆਹ ਪੈਸੇ ਮੇਰੇ। ਨੋਟਬੰਦੀ ਦੇ ਵਿੱਚ ਸਾਰਿਆਂ ਨੂੰ ਚਾਨਣ ਹੋ ਗਿਆ ਵੀ ਕਿੰਨੇ ਕੁ ਪੈਸੇ ਮੇਰੇ ਨੇ। ਅਤੇ ਆਹ ਲੋਕਡਾਊਨ ਦੇ ਵਿੱਚ ਤਾਂ ਹੱਦ ਬੰਨੇ ਹੀ ਪਾਰ ਹੋ ਗਿਆ ਕੰਮ। ਤੋ ਇਸ ਵਾਸਤੇ ਇੱਕ ਵਾਰ ਤਾਂ ਸਾਰੀ ਆਸ ਹੀ ਰੱਬ ਨੇ ਮੁਕਾ ਦਿੱਤੀ। ਤੋ ਇਸ ਲਈ ਮਹਾਰਾਜ ਕਹਿੰਦੇ ਵੀ ਮੈਂ ਮੇਰੀ ਨੂੰ ਛੱਡ ਤੇ ਦੁਨੀਆ ਵਿੱਚ ਕੁਛ ਨਹੀਂ ਪਿਆ ਹੈ। ਹਿਰਦੈ ਨਾਮ ਸਮਾਰ ਸਵੇਰਾ, ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਵੇਰੇ ਸਵਖਤੇ ਉੱਠਿਆ ਕਰ, ਅੰਮ੍ਰਿਤ ਵੇਲੇ ਉੱਠ ਕੇ ਆਪਦੇ ਹਿਰਦੇ ਮਨ 'ਚ ਰੱਬ ਦੇ ਨਾਮ ਨੂੰ ਯਾਦ ਕਰਿਆ ਕਰ। ਮੈਂ ਜਦ ਵੀ ਅਖੰਡ ਪਾਠ 'ਤੇ ਜਾਣਾ ਹੋਵੇ ਤਾਂ ਸੌਂ ਕੇ ਜਾਈਦਾ, ਕਿਉਂਕਿ ਸੌਣ ਤੋਂ ਬਾਅਦ ਦਿਮਾਗ ਰਿਲੈਕਸ ਹੋ ਜਾਂਦਾ, ਸਭ ਫੁਰਨੇ ਵਾਸ਼ ਹੋ ਜਾਂਦੇ। ਕਥਾ 'ਤੇ ਵੀ ਆਈਦਾ, ਜੇ ਭੱਜੇ ਭੁੱਜੇ ਆਓ ਤਾਂ ਢੋਲ ਆ ਕੇ ਅੱਖਾਂ ਬੰਦ ਕਰਕੇ ਥੋੜ੍ਹਾ ਕੀਰਤਨ 'ਚ ਮਨ ਟਿਕਾਈਦਾ, ਉਹ ਬੋਲਿਆ ਨਹੀਂ ਜਾਂਦਾ। ਤਾਂ ਇਸ ਵਾਸਤੇ
ਸੌਂ ਕੇ ਆਈਏ ਤੇ ਦਿਮਾਗ ਫਰੈਸ਼ ਹੁੰਦਾ ਹੈ। ਤਾਂ ਭਾਵੇਂ ਦਿਨੇ ਜਾਂ ਸਵੇਰੇ ਜਦੋਂ ਵੀ ਤੁਸੀਂ ਫਸਟ ਟਾਈਮ 'ਤੇ ਉੱਠੋ ਤਾਂ ਰੱਬ ਦਾ ਨਾਮ ਜ਼ਰੂਰ ਜਪੋ। ਜਨਮ ਸਿਰਾਨੋ ਪੰਥ ਨਾ ਸਵਾਰਾ। ਜੇ ਉੱਠਦਿਆਂ ਸਾਰੀ ਨਿੰਦਿਆ ਚੁਗਲੀ ਰੌਲਾ ਰੱਪਾ, ਫਿਰ ਨਹਾਉਣ ਦਾ ਵੀ ਕੋਈ ਫਾਇਦਾ ਨਹੀਂ ਅਤੇ ਉੱਠਣ ਦਾ ਵੀ। ਇਹਦੇ ਨਾਲ ਤਾਂ ਬੰਦਾ ਸੁੱਤਾ ਹੀ ਰਹੇ ਤਾਂ ਚੰਗਾ ਹੈ। ਨਿੰਦਿਆ ਵਾਲੇ ਤੋਂ ਸੁੱਤਾ ਬੰਦਾ ਚੰਗਾ। ਤੋ ਤੇਰਾ ਅਮੋਲਕ ਮਨੁੱਖਾ ਜਨਮ ਵਿਅਰਥ ਹੀ ਬਤੀਤ ਹੋ ਰਿਹਾ ਹੈ। ਤੂੰ ਆਪਣਾ ਪ੍ਰਲੋਕ ਦਾ ਰਸਤਾ ਸਵਾਰਿਆ ਨਹੀਂ ਹੈ। ਸਾਂਝ ਪਰੀ ਮੌਤ ਦੀ ਸ਼ਾਮਾਂ ਦਾ ਸਮਾਂ ਹੋ ਗਿਆ, ਸਾਂਝ ਦਾ ਰਹਿ ਰਾਸ ਦਾ ਟਾਈਮ ਹੋ ਗਿਆ, ਸ਼ਾਮਾਂ ਪੈ ਗਈਆਂ, ਦਿਨ ਨਿਕਲ ਗਿਆ ਉਮਰ ਦਾ। ਦਾਹ ਦਿਸ ਅੰਧਿਆਰਾ। ਸ਼ਾਮ ਪਈ ਤੋਂ ਮੁੜ ਕੇ ਹਨੇਰਾ ਹੋ ਜਾਂਦਾ। ਇਉਂ ਦਸੇ ਇੰਦਰੀਆਂ ਰੂਪ ਦਸੇ ਦਿਸ਼ਾਵਾਂ 'ਚ ਜੜਤਾ ਰੂਪ ਹਨੇਰਾ ਛਾ ਜਾਏਗਾ। ਇੰਦਰੀਆਂ ਸਾਰੀਆਂ ਬਲੌਕ ਹੋ ਜਾਣਗੀਆਂ, ਕੰਮ ਨਹੀਂ ਕਰਨਗੀਆਂ। ਕਹਿ ਰਵਿਦਾਸ। ਇਹ ਰਵਿਦਾਸ ਜੀ ਕਹਿ ਰਹੇ ਨੇ, ਇਹ ਨਾ ਸਮਝੋ ਵੀ ਮੈਂ ਬੋਲ ਰਿਹਾ। ਅਤੇ ਸਾਨੂੰ ਤਾਂ ਮਾਂ ਪਿਓ ਫਿਕਰ ਕਰਦੇ ਵੀ ਇਹ 4 ਬੰਦਿਆਂ 'ਚ ਬੰਦਾ ਬੋਲ ਨਹੀਂ ਸਕਦਾ, ਗਾਂਹ ਜ਼ਿੰਦਗੀ 'ਚ ਕਰੂਗਾ ਕੀ? ਭੁੱਖਾ ਮਰੂਗਾ ਜਿਹੜਾ ਗੱਲ ਨਹੀਂ ਕਰ ਸਕਦਾ। ਅਤੇ ਇਹ ਕਿਸੇ ਨਾਲ ਬਹਿ ਕੇ ਰਲਦਾ ਖਾਂਦਾ ਪੀਂਦਾ ਨਹੀਂ, ਕੀ ਕਾਮਯਾਬੀ ਲਊਗਾ? ਤੋ ਇਸ ਵਾਸਤੇ ਅਸੀਂ ਕਿੱਥੋਂ ਬੋਲਣ ਜੋਗੇ ਹੋ ਗਏ? ਇਹ ਤਾਂ ਰਵਿਦਾਸ ਜੀ ਕਹਿ ਰਹੇ ਹਨ। ਨਿਦਾਨ ਦੀਵਾਨੇ। ਹੇ ਨਿਆਣੇ, ਹੇ ਚੱਲਿਆ ਮਨੁੱਖਾ ਬੱਚੇ ਦੀ ਤਰ੍ਹਾਂ ਕਿਉਂ ਮੂਰਖ ਬਣਿਆ ਹੋਇਆ ਹੈ? ਅੰਤ ਦੇ ਸਮੇਂ ਵੱਲੋਂ ਕਿਉਂ ਅਣਜਾਣ ਬੇਸਮਝ ਹੈ? ਚੇਤਸ ਨਾਹੀ। ਤੂੰ ਰੱਬ ਨੂੰ ਕਿਉਂ ਨਹੀਂ ਯਾਦ ਕਰਦਾ ਹੈ? ਹੈਰਾਨੀ ਦੀ ਗੱਲ ਹੈ ਵੀ ਸੰਸਕਾਰ ਤੇ ਭੋਗਾਂ ਦੇ ਤੂੰ ਤਾਂ ਨਿੱਤ ਤੁਰਿਆ ਰਹਿੰਦਾ ਅਤੇ ਆਪ ਦਾ ਤੈਨੂੰ ਪਤਾ ਹੀ ਨਹੀਂ ਹੈ। ਦੁਨੀਆ ਫਨ ਖਾਨੇ। ਜਿਸ ਦੁਨੀਆ ਨਾਲ ਤੂੰ ਮੋਹ ਕਰਦਾ ਪਿਆ, ਇਹ ਫਨਾਹ ਦਾ ਘਰ ਹੈ, ਮਤਲਬ ਧੋਖੇ ਦਾ ਖਾਨਾ। ਜਿਸ ਘਰ ਸਰੀਰ 'ਚ ਚਿੱਤ ਲਾਇਆ ਉਹ ਨਾਸ਼ ਹੋ ਜਾਣ ਵਾਲਾ ਹੀ ਉਹ। ਫਿਰ ਨਾ ਕਹੀਂ ਸਾਨੂੰ ਦੱਸਿਆ ਨਹੀਂ, ਆਪਾਂ ਦੱਸ ਕੇ ਆਪ ਦਾ ਜੁਮਾ ਦੋਸ਼ ਪੋਸ਼ ਕਰ ਰਹੇ ਹਾਂ। ਹੁਣ ਤੁਸੀਂ ਆਪ ਦਾ ਭਲਾ ਕਰੋ, ਨਾ ਕਰੋ ਇਹ ਤੁਹਾਡੇ ਵੱਸ ਹੈ। ਰਵਿਦਾਸ ਨੇ ਜੋ ਕਹਿਣਾ ਸੀ ਸੋ ਕਹਿ ਦਿੱਤਾ। ਕੋਈ ਗੁੱਸਾ ਮੰਨੇ, ਰਾਜੀ ਮੰਨੇ, ਆਪਦੇ ਘਰ ਰਾਜੀ ਰਹੇ। ਪਰ ਗੁਰੂ ਘਰ ਤਾਂ ਸੱਚੀ ਗੱਲ ਹੁੰਦੀ ਹੈ। ਭੁੱਲਾਂ ਚੁੱਕਾ ਖਿਮਾ ਕਰੀਂਦੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਕਹਿ ਰਵਿਦਾਸ ਨਿਦਾਨ ਦੀਵਾਨੇ। ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ